ਸਤਿ ਸਿੰਘ ਜੀਓ, ਮੈਂ ਤੁਹਾਡਾ ਆਪਣਾ ਜਸ ਰਾਏ ਅਤੇ ਅੱਜ ਸਿੱਖ ਚੈਨਲ ਦੇ ਪਿਆਰੇ ਦਰਸ਼ਕਾਂ ਲਈ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਏ ਹਾਂ, ਜਿਹਦੇ ਵਿੱਚ ਦਾਸ ਦਾ ਸਾਥ ਦੇ ਰਹੇ ਆ ਅੱਜ 3 ਡਾਕਟਰ ਅਤੇ ਜੋ ਕਰੋਨਾ ਵਾਇਰਸ ਇੱਕ ਮਹਾਂਬਿਮਾਰੀ ਦਾ ਰੂਪ ਧਾਰ ਕੇ ਇਸ ਸਾਰੀ ਦੁਨੀਆ ਵਿੱਚ ਫੈਲ ਗਈ ਆ। ਇਹਦੇ ਬਾਰੇ ਅਸੀਂ ਅੱਜ ਇਹਨਾਂ ਆਪਣੇ ਵੀਰਾਂ ਤੋਂ ਅਸੀਂ ਹੋਰ ਜਾਣਕਾਰੀ ਲੈਣੀ ਆ ਅਤੇ ਕਿਉਂਕਿ ਇਹ ਡਾਕਟਰ ਵੀ ਹਨ ਤੇ ਇਹਨਾਂ ਦੇ ਪ੍ਰੋਫੈਸ਼ਨ ਨੂੰ ਕਾਫੀ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੇ ਮੈਂ ਆਪਣੇ ਤਿਹਾਂ ਵੀਰਾਂ ਦਾ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਜਿਹੜਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇਹ ਅੱਜ ਕੱਢ ਕੇ ਸਾਡੇ ਨਾਲ ਜੁੜੇ ਆ। ਸਾਡੇ ਨਾਲ ਜੁੜੇ ਹਨ ਡਾਕਟਰ ਸੁਖਪਾਲ ਸਿੰਘ ਜੀ, ਜੋ ਕਿ ਵਾਸਲ ਦੇ ਵਿੱਚ ਇੱਕ ਜੀਪੀ ਦੇ ਤੌਰ ਤੇ ਆਪਣੇ ਉੱਥੇ ਕੰਮ ਕਰਦੇ ਹਨ ਅਤੇ ਇਹ ਸਿੱਖ ਡਾਕਟਰਸ ਐਂਡ ਡੈਂਟਿਸਟ ਐਸੋਸੀਏਸ਼ਨ ਦੇ ਮੁਖੀ ਹਨ, ਜਾਨੀ ਪ੍ਰੈਜ਼ੀਡੈਂਟ ਹਨ। ਤੇ ਨਾਲ ਮੇਰੇ ਜੁੜੇ ਹਨ ਡਾਕਟਰ ਜਸਤਿੰਦਰ ਸਿੰਘ ਜੀ, ਜੋ ਕਿ ਜੀਪੀ ਹਨ, ਅਤੇ ਡਾਕਟਰ ਦਿਲਸ਼ੇਰ ਸਿੰਘ ਜੀ, ਅਤੇ ਇਹ ਬਰਮਿੰਘਮ ਦੇ ਵਿੱਚ ਜੀਪੀ ਹਨ, ਇੱਥੇ ਕਾਰਡੀਓਲੋਜੀ ਦੇ ਸਪੈਸ਼ਲਿਸਟ ਹਨ। ਸਭ ਤੋਂ ਪਹਿਲਾਂ ਤੁਹਾਡਾ ਤਿਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਪਾਲ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ ਕਿ ਇਸ ਵੇਲੇ ਜੋ ਕਰੋਨਾ ਵਾਇਰਸ ਦਾ ਜੋ ਇੱਕ ਮਹਾਂਬਿਮਾਰੀ ਆ ਦੁਨੀਆ ਭਰ ਦੇ ਵਿੱਚ ਮਨੁੱਖਤਾ ਦੇ ਵਿੱਚ ਇਹ ਫੈਲ ਗਈ ਆ ਤੇ ਇਸ ਮੁਲਕ ਦੇ ਵਿੱਚ ਇਹਦੇ ਬਾਰੇ ਸਾਨੂੰ ਦੱਸੋ ਕਿ ਕਿੱਥੇ ਤੱਕ ਅਸੀਂ ਪਹੁੰਚੇ ਆ ਅਤੇ ਖਾਸ ਕਰਕੇ ਜੋ NHS ਦਾ ਸਟਾਫ ਆ ਇਹਨਾਂ ਤੇ ਕਿੰਨਾ ਇਹ ਪ੍ਰਭਾਵ ਹੁਣ ਕਿੰਨਾ ਔਖਾ ਜੋ ਇਹ ਕੰਮ ਕਰਦੇ ਆ ਅਤੇ ਜੋ ਮਰੀਜ਼ਾਂ ਨੂੰ ਜੋ ਐਵਰੀ ਡੇਲੀ ਜੋ ਉਹਨਾਂ ਦੀ ਦੇਖਭਾਲ ਕਰਦੇ ਕਿੰਨਾ ਇਹਨਾਂ ਦੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਐਬਸੋਲੂਟਲੀ ਵੀਰ ਜੀ। ਸੋ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਹੀ ਹੈ, ਇਹ ਕਰੋਨਾ ਵਾਇਰਸ ਦੀ ਇਸ਼ੂ ਜਿਹੜੀ ਹੈ ਸਾਡੀ ਸਦੀ ਦੀ ਸਭ ਤੋਂ ਵੱਡੀ ਇਸ਼ੂ ਹੈ ਜਾਂ ਮੁੱਖੀ ਇਸ਼ੂ ਹੈ। ਅਗਰ ਅਸੀਂ ਦੇਖੀਏ ਕਿ ਜਦੋਂ ਜੰਗਾਂ ਲੱਗੀਆਂ ਸੀਗੀਆਂ, ਵਰਲਡ ਵਾਰਸ ਲੱਗੇ ਸੀਗੇ, ਉਸ ਤੋਂ ਲੈ ਕੇ ਹੁਣ ਤੱਕ ਸਾਨੂੰ ਕੋਈ ਇਸ ਤਰ੍ਹਾਂ ਦਾ ਸੰਕਟ ਇੰਨਾ ਵੱਡਾ ਨਹੀਂ ਆਇਆ ਜਿੰਨਾ ਵੱਡਾ ਕਿ ਕਰੋਨਾ ਵਾਇਰਸ ਦਾ ਆਇਆ। ਜੋ ਹੈਲਥ ਵਰਕਰਸ ਨੇ ਉਹਨਾਂ ਵਾਸਤੇ ਵੀ ਇਹ ਜਿਹੜਾ ਸੰਕਟ ਹੈ ਇਹ ਇੱਕ ਤਰ੍ਹਾਂ ਦੀ ਜੰਗ ਹੈ ਔਰ ਇਹ ਜੰਗ ਸਾਡੇ ਤੇ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਰਾਉਂਡ ਅਬਾਊਟ ਦਸੰਬਰ ਦੇ ਮਹੀਨੇ ਦੇ ਵਿੱਚ ਸਾਨੂੰ ਪਹਿਲਾਂ ਕੁਝ ਖਬਰਾਂ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਸੀਗੀਆਂ ਚਾਈਨਾ ਦੇ ਥਰੂ ਕਿ ਇਹ ਨਵੀਂ ਬਿਮਾਰੀ ਚੱਲੀ ਹੈ। ਇਹ ਕੋਈ ਜੋ ਜਾਨਵਰਾਂ ਦੀ ਮਾਰਕੀਟ ਜੋ ਉੱਥੇ ਲਗਾਉਂਦੇ ਨੇ ਉੱਥੋਂ ਸ਼ੁਰੂ ਹੋਈ ਹੈ ਔਰ ਕਾਫੀ ਤੇਜ਼ੀ ਦੇ ਵਿੱਚ ਇਹ ਫੈਲਦੀ ਗਈ ਹੈ ਪਹਿਲਾਂ ਚਾਈਨਾ ਦੇ ਵਿੱਚ। ਉਸ ਤੋਂ ਬਾਅਦ ਕਿਉਂਕਿ ਹੁਣ ਸਾਡੀ ਦੁਨੀਆ ਇੱਕ ਤਰ੍ਹਾਂ ਦੀ ਕਾਫੀ ਛੋਟੀ ਹੋ ਗਈ ਹੈ ਔਰ ਲੋਕ ਜਿਹੜੇ ਨੇ ਉਹ ਟਰੈਵਲ ਬਹੁਤ ਈਜ਼ੀਲੀ ਕਰ ਸਕਦੇ ਨੇ, ਉਹਦੇ ਨਾਲ ਇਹ ਜਿਹੜੀ ਹੈ ਇਹ ਫੈਲੀ ਹੈ। ਆਈ ਥਿੰਕ ਜਦੋਂ ਤੱਕ ਹੁਣ ਫਰਵਰੀ ਮਾਰਚ ਦਾ ਟਾਈਮ ਆਇਆ ਸਾਨੂੰ ਫਿਰ ਜਾ ਕੇ ਕਿਤੇ ਪਤਾ ਲੱਗਿਆ ਇਹਦੀ ਅਸਲੀਅਤ ਦਾ, ਔਰ ਉਸ ਤੋਂ ਬਾਅਦ ਜੋ ਤੁਹਾਡੇ ਸਾਹਮਣੇ ਹੀ ਹੈ ਕਿ ਕਿਸ ਤਰ੍ਹਾਂ ਇਹਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖਤਾ ਹੈ, ਸਾਰੇ ਦੇਸ਼ ਨੂੰ ਬੰਦ ਕਰਕੇ ਰੱਖਤਾ ਹੈ, ਜੋ ਕਿ ਕੋਈ ਕਿਸੇ ਦੇਸ਼ ਦੀ ਆਰਮੀ ਨਾ ਕਰ ਪਾਈ ਉਹ ਇਸ ਕਰੋਨਾ ਵਾਇਰਸ ਨੇ ਕਰ। ਸਾਡੇ ਜੋ ਹੈਲਥ ਵਰਕਰਸ ਨੇ ਇਹ ਇੱਕ ਤਰ੍ਹਾਂ ਦੀ ਸਾਡੀ ਹੁਣ ਜਿਹੜੀ ਆਰਮੀ ਹੈ ਇਹ ਆਰਮੀ ਦੇ ਤੌਰ 'ਤੇ ਹੀ ਕੰਮ ਕਰ ਰਹੇ ਨੇ ਐਂਡ ਜੋ ਸੇਵਾ ਹੈ ਅੱਗੇ ਸਾਡੇ ਪੇਸ਼ੈਂਟਸ ਵਾਸਤੇ ਔਨ ਦਾ ਫਰੰਟ ਲਾਈਨ ਕਰ ਰਹੇ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ, ਉਹ ਵਾਕਈ ਬਹੁਤ ਸਲਾਹਣਯੋਗ ਹੈ। ਠੀਕ ਹੈ ਡਾਕਟਰ ਦਿਲਸ਼ੇਰ ਸਿੰਘ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਮੀਡੀਆ ਦੇ ਵਿੱਚ ਕਾਫੀ ਹੁਣ ਖਬਰਾਂ ਆ ਰਹੀਆਂ ਕਿ ਜਿਹੜੇ ਸਾਡੇ BME ਕਮਿਊਨਿਟੀ ਆ ਉਹਨਾਂ ਦੇ ਡਾਕਟਰ ਸਾਡੇ NHS ਦੇ ਵਿੱਚ ਕਾਫੀ ਕਰਦੇ ਨੇ। ਸਭ ਤੋਂ ਪਹਿਲਾਂ ਸੰਗਤਾਂ ਨੂੰ ਇਹ ਤਾਂ ਦੱਸੋ BME, ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ BME ਕੀ ਹੁੰਦਾ ਆ, ਤੇ ਉਹ ਤੋਂ ਬਾਅਦ ਸਾਨੂੰ ਦੱਸੋ ਕਿ ਜਿਹੜੀ ਸਾਡੇ ਏਸ਼ੀਅਨ ਡਾਕਟਰਾਂ ਦੀ ਅਤੇ ਜਿਹੜੇ ਘੱਟ ਗਿਣਤੀਆਂ ਦੇ ਕਹਿ ਲਓ ਤੇ ਕਿਉਂ ਇਹਨਾਂ ਦੀ ਜ਼ਿਆਦਾ ਗਿਣਤੀ ਆ ਤੇ ਇਹਨਾਂ ਤੇ ਕਿਉਂ ਜਿਹੜੇ ਡਾਕਟਰਾਂ ਦੀ ਬੜੇ ਅਫਸੋਸ ਨਾਲ ਜੋ ਮੌਤਾਂ ਵੀ ਹੋਈਆਂ ਆ ਜਾਂ ਨਰਸਾਂ ਦੀ, ਇਹ ਕੀ ਕਾਰਨ ਇਹਦੇ ਪਿੱਛੇ ਦਾ? ਹਾਂਜੀ, ਸੋ BME ਜੇ ਆਪਾਂ ਨੋਰਮਲ ਲੈਂਗੁਏਜ ਸਮਝੀਏ ਇਹਦਾ ਮਤਲਬ ਇਹ ਹੈਗਾ ਜੀ ਕਿ ਆਪਣਾ ਜਿਹੜੇ ਆਪਣੇ ਭੈਣ ਭਰਾ
ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਜਾਂ ਅਫਰੀਕਾ ਤੋਂ ਹੈਗੇ ਨੇ, ਉਹਨਾਂ ਨੂੰ ਅਸੀਂ BME ਕਹਿੰਦੇ ਹਾਂ। ਠੀਕ ਹੈ ਜੀ, ਮਤਲਬ ਬ੍ਰਿਟਿਸ਼ ਐਂਡ ਮਾਈਨੋਰਿਟੀ ਐਥਨਿਕ, ਮਤਲਬ ਜਿਹੜੇ ਆਪਣੇ ਐਥਨਿਕ ਵਰਗ ਤੋਂ ਹੈਗੇ ਨੇ ਭੈਣ ਭਰਾ, ਉਹਨਾਂ ਨੂੰ ਅਸੀਂ ਇਹਦੇ 'ਚ ਗਿਣਦੇ ਹਾਂ। ਪਿਛਲੇ ਕੁਝ ਦਿਨਾਂ 'ਚ ਸਾਨੂੰ ਇਹ ਪਤਾ ਚੱਲਿਆ ਹੈ ਕਿ ਕਰੋਨਾ ਵਾਇਰਸ ਜਿਹੜਾ ਹੈ ਇਹ ਸਾਡੇ ਭੈਣ ਭਰਾਵਾਂ 'ਤੇ ਜ਼ਿਆਦਾ ਅਸਰ ਕਰਦਾ ਹੈ। ਇਹਦੇ ਦੋ ਹਿੱਸੇ ਹਨ ਜੀ। ਇੱਕ ਤਾਂ ਹੈ ਜੀ ਕਿ ਆਪਣਾ ਜਿਹੜਾ ਮਰੀਜ਼ ਨੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ ਹੈ, ਉਹਦੇ 'ਚ ਸਾਨੂੰ ਪਤਾ ਚੱਲਿਆ ਜਿਹੜੇ ਆਪਣੇ ਮਰੀਜ਼ ਸੀਗੇ ਜਿਹੜੇ ਆਪਣਾ ਅਫਰੀਕਾ ਤੋਂ ਸੀਗੇ, ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੋਂ ਸੀਗੇ, ਇਹਨਾਂ ਨੂੰ ਜਦੋਂ ਕਰੋਨਾ ਵਾਇਰਸ ਹੋਇਆ, ਇਹਨਾਂ ਨੂੰ ਇੱਕ ਤਾਂ ਇਹਦੀ ਇਨਫੈਕਸ਼ਨ ਵੀ ਜ਼ਿਆਦਾ ਹੋਈ ਹੈ ਅਤੇ ਇਹਨਾਂ ਨੂੰ ਇਹਦੇ 'ਤੇ ਅਸਰ ਵੀ ਜ਼ਿਆਦਾ ਪਿਆ। ਉਸ ਤੋਂ ਬਾਅਦ ਸਾਨੂੰ ਦੂਸਰੇ ਜਿਹੜੇ ਆંકੜੇ ਆਏ ਨੇ, ਉਹਨਾਂ ਤੋਂ ਇਹ ਪਤਾ ਚੱਲਿਆ ਕਿ ਜਿਹੜੇ ਆਪਣੇ ਇੱਥੇ NHS ਦੇ ਅੰਦਰ ਜਿਹੜੇ ਆਪਣੇ ਵੀਰ ਭੈਣ ਹਨ, ਜਿਹੜੇ ਕੰਮ ਕਰਦੇ ਨੇ NHS ਦੇ ਅੰਦਰ, ਹੁਣ ਟੋਟਲ ਆਪਾਂ ਜੀ 1.5 ਮਿਲੀਅਨ ਵਰਕਰ ਹੈਗੇ ਜੀ NHS ਜਿਹੜੇ ਕੰਮ ਕਰਦੇ, ਉਹਨਾਂ 'ਚੋਂ ਪੰਜਵਾਂ ਹਿੱਸਾ ਮਤਲਬ 20% ਜਿਹੜੇ ਆਪਣੇ ਹੈਲਥ ਕੇਅਰ ਹੈਗੇ ਨੇ ਵਰਕਰ, ਉਹ BAME ਵਰਗ ਤੋਂ ਗਿਣੇ ਜਾਂਦੇ। ਠੀਕ ਹੈ ਜੀ, ਉਹਨਾਂ ਵਿੱਚੋਂ ਜਿਹੜੇ ਹੁਣੇ ਰੀਸੈਂਟਲੀ ਮੀਡੀਆ 'ਚ ਆਈਆਂ ਨੇ ਕਿ ਜਿਹੜੀਆਂ ਕੁਛ ਲੋਕਾਂ ਦੀ ਆਪਾਂ ਕਹਿ ਸਕਦੇ ਜੀ ਉਹਨਾਂ ਦੀ ਜਿਹੜੀਆਂ ਡੈਥਸ ਹੋਈਆਂ ਨੇ, ਜਿਹੜੀਆਂ ਮੌਤ ਹੋਈਆਂ ਨੇ, ਉਹ ਆਪਣੇ BAME ਜਿਹੜੇ ਹੈਲਥ ਕੇਅਰ ਵਰਕਰ ਸੀ ਉਹਨਾਂ ਦੀਆਂ ਜ਼ਿਆਦਾ ਹੋਈਆਂ ਜੀ। ਇਹਦੇ 'ਚ ਜੇ ਆਪਾਂ ਐਗਜ਼ੈਕਟ ਆંકੜੇ ਦੇਖਣੇ ਸ਼ੁਰੂ ਕਰੀਏ ਤੇ ਉਹਨਾਂ 'ਚੋਂ 90% ਜਿਹੜੇ ਆਪਣੇ ਡਾਕਟਰ ਹੈ ਉਹ ਆਪਣੇ BAME 'ਚੋਂ ਸੀਗੇ ਜੀ, ਤੇ 75% ਜਿਹੜੀਆਂ ਨਰਸਾਂ ਹੈ ਉਹ ਵੀ BAME 'ਚੋਂ ਸੀਗੀਆਂ। ਸੋ ਇਹ ਕਾਫੀ ਚਿੰਤਾਜਨਕ ਗੱਲ ਹੈ ਜੀ। ਠੀਕ ਹੈ ਡਾਕਟਰ, ਸੋ ਜਿਹੜੇ ਤੁਸੀਂ ਆਪਣੇ ਸਿੱਖ ਭਰਾ ਆ ਡਾਕਟਰ ਇਸ ਵੇਲੇ NHS ਦੇ ਵਿੱਚ, ਤੁਹਾਡੇ ਲਈ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਜ਼ਿਆਦਾ ਇਸ ਵੇਲੇ ਕਰਨਾ ਪੈ ਰਿਹਾ ਹੈ, ਜਿਹਦੇ ਨਾਲ ਤੁਹਾਡੀਆਂ ਵੀ ਹੋ ਸਕਦਾ ਤੁਹਾਡੇ ਆਪ ਖੁਦ ਤੁਹਾਡੀ ਸਿਹਤ ਦਾ ਖਤਰਾ ਆ, ਤੁਹਾਡੀ ਹੈਲਥ ਦਾ ਖਤਰਾ ਹੈ? ਦੇਖੋ ਜੀ, ਪਹਿਲਾਂ ਤਾਂ ਮੈਂ ਸਿੱਖ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਇਸ ਮੁੱਦੇ ਨੂੰ ਲੈ ਕੇ ਆਏ ਹੈ, ਔਰ ਇਹ ਇਸ ਵੇਲੇ ਸਾਰੀ ਸਿੱਖ ਜਗਤ ਵਾਸਤੇ ਜਾਂ ਸਾਰੇ ਸਮਾਜ ਵਾਸਤੇ, ਇਸ ਦੁਨੀਆ ਵਾਸਤੇ ਇੱਕ ਬਹੁਤ ਹੀ ਵੱਡੀ ਜਿਹੜੀ ਕਰੋਪੀ ਚੱਲ ਰਹੀ ਹੈ। ਔਰ ਖਾਸ ਕਰਕੇ ਦੇਖਿਆ ਗਿਆ, ਜਿਸ ਤਰ੍ਹਾਂ ਹੁਣ ਮੇਰੇ ਵੀਰ ਡਾਕਟਰ ਦਿਲਸ਼ੇਰ ਸਿੰਘ ਅਤੇ ਡਾਕਟਰ ਸੁਖਪਾਲ ਸਿੰਘ ਹੋਰਾਂ ਨੇ ਦੱਸਿਆ ਕਿ BAME ਜਾਂ ਜਿਹੜੇ ਏਸ਼ੀਅਨ ਡਾਕਟਰਸ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਅਸਰ ਹੋ ਰਿਹਾ ਹੈ। ਸਾਡੇ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਈਵਨ ਅਗਰ ਅਸੀਂ ਦੇਖੀਏ ਕਿ ਮੌਤ ਜਿਹੜੀ ਹੋ ਰਹੀ ਹੈ, ਜੇ ਕਿਸੇ ਹੈਲਥ ਵਰਕਰ ਦੀ 7 ਗੁਣਾ ਜ਼ਿਆਦਾ ਚਾਂਸ ਹੈ ਮੌਤ ਹੋਣ ਦਾ, ਜਿਹੜੇ BAME ਜਾਂ ਬ੍ਰਿਟਿਸ਼ ਏਸ਼ੀਅਨ ਡਾਕਟਰਸ ਜਾਂ ਹੈਲਥ ਕੇਅਰ ਵਰਕਰਸ ਉਹਨਾਂ ਦੇ ਵਿੱਚ। ਸੋ ਇਹ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ। ਇਸ ਕਰਕੇ ਸਾਰਾ ਸਮਾਜ, ਖਾਸ ਕਰਕੇ ਸਿੱਖ ਡਾਕਟਰਸ, ਡੈਂਟਿਸਟ, ਹੈਲਥ ਕੇਅਰ ਵਰਕਰਸ ਬਹੁਤ ਚਿੰਤਾ ਦੇ ਵਿੱਚ ਹਨ ਅਤੇ ਇਸ ਨੂੰ ਇਨਵੈਸਟੀਗੇਟ ਕਰਨ ਦੀ ਜ਼ਰੂਰਤ ਹੈ। ਅਸੀਂ ਆਪਣੇ ਸ਼ਰਧਾਂਜਲੀ ਇਸ ਵੇਲੇ ਦੇਣਾ ਚਾਹੁੰਦੇ ਹਾਂ ਡਾਕਟਰ ਮਨਜੀਤ ਸਿੰਘ ਰਿਆਤ, ਜੋ ਕਿ ਇੱਕ ਸਮਾਜ ਦਾ ਪਿਲਰ ਸਨ ਅਤੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਦੀ ਹੁਣ ਮਿੱਠੀ ਯਾਦ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਉਹ ਆਪਣੇ ਫੀਲਡ ਦੇ ਵਿੱਚ ਹੀ ਵਾਜ਼ ਫਾਦਰ ਆਫ ਐਮਰਜੈਂਸੀ ਇਨ ਹਿਜ਼ ਹਸਪੀਟਲ। ਉਹ ਇੱਕ ਐਗਜ਼ਾਮਪਲ ਨੇ ਕਿ ਕਿਸ ਤਰ੍ਹਾਂ ਇਹ ਸਾਡੇ ਸਮਾਜ ਨੂੰ ਇਸ ਵੇਲੇ ਪੂਰੀ ਤਰ੍ਹਾਂ ਜਿਹੜਾ ਅਫੈਕਟ ਕਰ ਰਿਹਾ ਹੈ। ਕੁਝ ਕਾਰਨ ਹੈਗੇ ਜਿਨ੍ਹਾਂ ਕਰਕੇ ਇਹ ਕਿਉਂ ਦੇਖਿਆ ਗਿਆ ਹੈ ਕਿ ਇਹ ਜਿਹੜੇ ਸਾਡੇ ਡਾਕਟਰਸ ਨੇ ਉਹਨਾਂ ਵਿੱਚ ਜ਼ਿਆਦਾ ਅਸਰ ਕੋਰੋਨਾ ਵਾਇਰਸ ਕਿਉਂ ਕਰ ਰਿਹਾ ਹੈ। ਇਹ ਇੱਕ ਇਨਵੈਸਟੀਗੇਸ਼ਨ ਦਾ ਜਿਹੜਾ ਮੁੱਦਾ ਇਸ ਵੇਲੇ ਬਣਿਆ ਹੋਇਆ ਹੈ, ਔਰ ਸਰਕਾਰ ਨੇ ਇਸ ਨੂੰ ਇਨਵੈਸਟੀਗੇਸ਼ਨ ਨੂੰ ਬਕਾਇਦਾ ਆਫੀਸ਼ੀਅਲੀ ਖੋਲ੍ਹਿਆ ਹੈ, ਔਰ ਉਸ ਨੂੰ ਅਜੇ ਜਾਂਚ ਜਾਰੀ ਹੈ ਕਿ ਕੀ ਕਾਰਨ ਨੇ ਕਿ ਇਸ ਤਰ੍ਹਾਂ ਜ਼ਿਆਦਾ ਜਿਹੜੀ ਹੈ ਤਾਦਾਦ ਦੇਖੀ ਜਾ ਰਹੀ ਹੈ। ਪਰ ਕੁਝ ਕਾਰਨ ਜਿਹੜੇ ਉਹ ਸਾਹਮਣੇ ਆ ਰਹੇ ਹਨ, ਅਜੇ ਤਾਂ ਪੂਰੀ ਇਨਵੈਸਟੀਗੇਸ਼ਨ ਹੋਈ ਨਹੀਂ, ਜਦੋਂ ਹੋਏਗੀ ਤਾਂ ਪਤਾ ਲੱਗੇਗਾ, ਪਰ ਕੁਝ ਕਾਰਨ ਸਾਹਮਣੇ ਆਏ ਹਨ। ਇਹਨਾਂ ਕਾਰਨਾਂ ਦਾ ਪਤਾ ਲੱਗਿਆ ਕਿ ਫਰੰਟ ਲਾਈਨ ਵਰਕਰਸ ਜਿਹੜੇ ਨੇ, ਜਿਹੜੇ ਕਿ ਸਾਹਮਣੇ ਉਹਨਾਂ এনवायरमेंट ਵਿੱਚ ਕੰਮ ਕਰ ਰਹੇ ਹੈ ਕਿ ਜਿੱਥੇ ਰਿਸਕ ਜ਼ਿਆਦਾ ਹੈ, ਉਹ ਜਿਹੜੇ ਇਸ ਸਮਾਜ ਦੇ ਵਿੱਚੋਂ ਵਰਕਰਸ ਨੇ ਉਹ ਜ਼ਿਆਦਾ ਕੰਮ ਕਰ ਰਹੇ, ਉਹਨਾਂ ਦਾ ਨੰਬਰ ਔਰ ਤਾਦਾਦ ਜਿਹੜੀ ਹੈ ਉਹ ਜ਼ਿਆਦਾ ਹੈ। ਕਿਉਂਕਿ ਸਾਡੇ ਜਿਹੜੇ
ਇੱਕ ਹੋਰ ਕਾਰਨ ਜਿਸ ਤਰ੍ਹਾਂ ਕਿ ਅੰਡਰਲਾਈਂਗ ਮੈਡੀਕਲ ਕੰਡੀਸ਼ਨਸ ਜਿਹੜੀਆਂ ਉਹ ਸਾਡੇ ਜਿਹੜੇ ਸਮਾਜ ਦੇ ਵਿੱਚ ਉਹ ਵੀ ਜ਼ਿਆਦਾ ਪਾਈਆਂ ਜਾਂਦੀਆਂ ਨੇ। ਫੋਰ ਐਗਜ਼ਾਮਪਲ ਦੇਖਿਆ ਗਿਆ ਕਿ ਡਾਇਬਟੀਜ਼, ਓਬੀਸਿਟੀ, ਇਹਨਾਂ ਦਾ ਲਿੰਕ ਜਿਹੜਾ ਕੋਰੋਨਾ ਵਾਇਰਸ ਦੇ ਨਾਲ ਬਹੁਤ ਜ਼ਿਆਦਾ ਹੈ। ਸੋ ਅਗਰ ਅੰਡਰਲਾਈਂਗ ਕੰਡੀਸ਼ਨ ਹੋਵੇ, ਡਾਇਬਟੀਜ਼ ਹੋਵੇ, ਜਿਹੜੀ ਕਿ ਏਸ਼ੀਅਨ ਕਮਿਊਨਿਟੀ 'ਚ ਆਲਰੇਡੀ ਜ਼ਿਆਦਾ ਆਉਂਦੀ ਹੈ, ਉਸ ਦੇ ਨਾਲ ਫਿਰ ਕੋਰੋਨਾ ਵਾਇਰਸ ਜ਼ਿਆਦਾ ਇਫੈਕਟ ਕਰਦਾ। ਸੋ ਇਹ ਕੁਝ ਕਾਰਨ ਹੋ ਸਕਦੇ ਹਨ। ਇੱਕ ਹੋਰ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਕੁਝ ਜਿਹੜੇ ਤੱਥ ਨਜ਼ਰ ਆ ਰਹੇ ਹਨ ਕਿ ਇੱਕ ਕਲਚਰ ਵੀ ਹੈ ਸਾਡੇ ਸਮਾਜ ਦੇ ਵਿੱਚ ਕਿ ਅਸੀਂ ਮਿਹਨਤੀ ਬਹੁਤ ਹਾਂ। ਤੁਸੀਂ ਦੇਖਿਆ ਕਿ ਸਿੱਖ ਸਮਾਜ ਹਮੇਸ਼ਾ ਹੀ ਅੱਗੇ ਆਉਂਦਾ ਹੈ ਔਰ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿੰਦਾ ਹੈ। ਆਪਣੀ ਜਾਨ ਦਾ ਅਸੀਂ ਕਈ ਵਾਰੀ ਉਹ ਵੀ ਪਰਵਾਹ ਨਹੀਂ ਕਰਦੇ ਔਰ ਹਮੇਸ਼ਾ ਆਪਣੀ ਡਿਊਟੀ ਨੂੰ, ਆਪਣੇ ਪ੍ਰੋਫੈਸ਼ਨ 'ਚ ਬੈਸਟ ਜਿਹੜੀ ਪੋਸੀਬਲ ਹੈ ਉਹ ਜਿਹੜੀ ਆਪਣੀ ਦੇਣੀ ਚਾਹੁੰਦੇ ਹਾਂ ਆਊਟਕਮ। ਪਰ ਕਈ ਵਾਰੀ ਇੱਕ ਕਲਚਰ ਇਸ ਤਰ੍ਹਾਂ ਦਾ ਹੈ ਕਿ ਉਹ ਸਾਹਮਣੇ ਅਸੀਂ ਆਪਣੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਅੱਗੇ ਅਥਾਰਟੀਜ਼ ਦੇ ਨਾਲ ਨਹੀਂ ਲੈ ਕੇ ਆਉਂਦੇ ਔਰ ਖੁੱਲ੍ਹ ਕੇ ਜਿਹੜੇ ਸਾਡੇ ਸਮਾਜ ਦੇ ਵਰਕਰਸ ਨੇ ਉਹ ਆਪਣੀ ਅਥਾਰਟੀਜ਼ ਦੇ ਨਾਲ ਗੱਲ ਨਹੀਂ ਕਰਦੇ। NHS ਨੇ ਹੁਣ ਜਿਹੜੀ ਹੈ, ਪਹਿਲਾਂ ਤਾਂ ਠੀਕ ਹੈ PPE ਦੀ ਪ੍ਰੋਬਲਮ ਆ ਰਹੀ ਸੀ, ਹੁਣ ਉਹਨਾਂ ਨੇ ਬੈਠ ਕੇ ਇਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਕਿ ਸਾਡੇ ਸਮਾਜ ਨੂੰ ਇਹ ਸਾਡੇ ਜਾਂ ਡਾਕਟਰਸ ਜਾਂ ਹੈਲਥ ਕੇਅਰ ਵਰਕਰਸ ਨੂੰ ਜ਼ਰੂਰ ਹੋਣਾ ਚਾਹੀਦਾ ਕਿ ਉਹ ਅੱਗੇ ਆ ਕੇ ਆਪਣੀਆਂ ਮੁਸ਼ਕਿਲਾਂ ਨੂੰ ਦੱਸਣ ਅਤੇ ਆਪਣੀ ਅਥਾਰਟੀਜ਼ ਦੇ ਨਾਲ ਗੱਲ ਕਰਨ ਕਿ ਸਾਨੂੰ ਇਹ ਜ਼ਰੂਰਤਾਂ ਹਨ। ਤੁਹਾਡੇ ਨਾਲ ਇੱਕ ਐਗਜ਼ਾਮਪਲ ਇਹ ਹੈ ਕਿ ਇਸ ਵੇਲੇ ਇੱਕ ਬਹੁਤ ਮੁੱਦਾ ਭਖਿਆ ਹੋਇਆ ਹੈ, ਜਿਸ ਤਰ੍ਹਾਂ ਕਿ ਰੀਸੈਂਟਲੀ ਇਹ ਇੱਕ ਮੁਸ਼ਕਿਲ ਜਿਹੜੀ ਸਾਹਮਣਾ ਕਰਨਾ ਪੈ ਰਿਹਾ ਹੈ ਸਿੱਖ ਡਾਕਟਰਸ ਨੂੰ, ਖਾਸ ਕਰਕੇ ਜਿਹੜੇ ਕੇਸਾਧਾਰੀ ਹਨ, ਕਿ ਫੇਸ ਮਾਸਕ ਜਿਹੜੇ ਹਨ ਉਹ ਜਿਹੜੇ ਐਰੋਸੋਲ ਜਨਰੇਟਿੰਗ ਜਾਂ ਜਿੰਨਾ ਪ੍ਰੋਸੀਜਰਸ ਦੇ ਵਿੱਚ ਭਾਫ ਬਣਦੀ ਹੈ ਉਹਨਾਂ ਜਗ੍ਹਾ ਦੇ ਵਿੱਚ ਕੰਮ ਕਰਦੇ ਹਨ, ਤਾਂ ਜਿਹੜੇ ਭਾਫ ਬਣਨ ਵਾਲੇ ਪ੍ਰੋਸੀਜਰਸ ਦੇ ਵਿੱਚ ਰਿਸਕ ਜ਼ਿਆਦਾ ਹੈ। ਜਿਹੜੇ ਆਮ ਅਸੀਂ ਇੱਕ ਲੂਜ਼ ਮਾਸਕ ਪਾਉਂਦੇ ਹਾਂ ਜਿਹਨੂੰ ਕਿ ਫਲੂਇਡ ਰਿਪੈਲੈਂਟ ਮਾਸਕ ਕਹਿੰਦੇ ਆ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਲੇਕਿਨ ਇੱਕ ਟਾਈਟ ਫਿਟਿੰਗ ਮਾਸਕ ਜਿਹਨੂੰ ਕਿ FFP3 ਮਾਸਕ ਕਿਹਾ ਜਾਂਦਾ ਹੈ, ਉਹ ਫਿਟ ਕਰਨ ਵਾਸਤੇ ਉਹਦਾ ਇੱਕ ਸਪੈਸ਼ਲ ਟੈਸਟ ਹੈ ਜਿਹਨੂੰ ਕਹਿੰਦੇ ਫਿਟ ਟੈਸਟ। ਅਗਰ ਫਿਟ ਟੈਸਟ ਪਾਸ ਹੋ ਜਾਵੇ ਤੇ ਤਾਂ ਹੀ ਉਹ ਮਾਸਕ ਪਾ ਕੇ ਤੁਸੀਂ ਨਾ ਐਰੋਸੋਲ ਜਨਰੇਟਿੰਗ ਐਨਵਾਇਰਨਮੈਂਟ 'ਚ ਜਾ ਸਕਦੇ ਹੋ। ਪਰ ਉਹਦੀ ਕੰਡੀਸ਼ਨ ਹੈ, ਉਹ ਕੰਡੀਸ਼ਨ ਇਹ ਹੈ ਕਿ ਜਿਹੜੇ ਕੇਸਾਂ ਜਾਂ ਦਾੜੀ ਨੂੰ ਸ਼ੇਵ ਕਰਨ ਦੀ ਉਹਨਾਂ ਨੇ ਵਿੱਚ ਹਿਦਾਇਤ ਦਿੱਤੀ ਹੈ। ਨਾ ਜਿਹੜੀ ਦਾੜੀ ਹੈ ਜਾਂ ਕੇਸ ਨੇ, ਕੇਸਾਧਾਰੀ ਸਿੱਖ ਲਈ ਇੱਕ ਅਟੁੱਟ ਅੰਗ ਹਨ। ਇਹ ਇੱਕ ਜਿਸ ਤਰ੍ਹਾਂ ਸਾਡਾ ਇੱਕ ਬੋਡੀ ਪਾਰਟ ਹੈ, ਦਿਸ ਇਜ਼ ਪਾਰਟ, ਅਸੀਂ ਇਸ ਤੋਂ ਅਲੱਗ ਨਹੀਂ ਹੋ ਸਕਦੇ। ਸੋ ਇਹਦੇ ਵਾਸਤੇ ਇੱਕ ਬਹੁਤ ਹੀ ਇੱਕ ਮੁਸ਼ਕਿਲ ਦਾ ਜਿਹੜਾ ਇੱਕ ਵਿਸ਼ਾ ਬਣ ਜਾਂਦਾ ਹੈ ਇੱਕ ਕੇਸਾਧਾਰੀ ਸਿੱਖ ਵਾਸਤੇ, ਅਗਰ ਉਸ ਨੂੰ ਇਸ ਤਰ੍ਹਾਂ ਦਾ ਇੱਕ ਸਾਹਮਣਾ ਕਰਨਾ ਪਵੇ ਚੁਣੌਤੀ ਦਾ। ਇਸ ਮਸਲੇ ਦੇ ਹੱਲ ਹਨ। ਇਹ ਕਿਸੇ ਵੀ ਬੇਸਿਕਲੀ ਕੇਸਾਧਾਰੀ ਸਿੱਖ ਨੂੰ ਇਸ ਤਰ੍ਹਾਂ ਮਜਬੂਰ ਨਹੀਂ ਹੋਣਾ ਚਾਹੀਦਾ ਔਰ ਜੇ ਅਗਰ ਅਸੀਂ ਆਪਣੀ ਅਥਾਰਟੀਜ਼ ਦੇ ਨਾਲ ਗੱਲ ਕਰੀਏ ਤਾਂ ਉਹ ਇਸ ਮਸਲੇ ਉੱਤੇ ਬੈਠ ਕੇ ਵਿਚਾਰ ਕਰਦੇ ਹਨ ਔਰ ਕਈ ਜਗ੍ਹਾ 'ਤੇ NHS ਨੇ ਬਹੁਤ ਹੀ ਅੱਛੇ ਤਰੀਕੇ ਨਾਲ ਉਸ ਨੂੰ ਸੋਲਵ ਕੀਤਾ ਹੈ। ਔਰ ਇੱਕ ਅਲੱਗ ਮਾਸਕ ਹਨ ਜਿਹਨੂੰ ਕਹਿੰਦੇ PAPR, ਪਾਊਡਰਡ ਏਅਰ ਪਿਊਰੀਫਾਈਡ ਰੈਸਪੀਰੇਟਰ ਮਾਸਕ। ਉਹਦੇ ਵਿੱਚ ਜਿਹੜਾ ਹੈ ਉਹ ਹੁੱਡ ਪਾਇਆ ਜਾਂਦਾ ਔਰ ਪਿੱਛੇ ਇੱਕ ਮੋਟਰ ਲੱਗਦੀ ਹੈ, ਉਸ ਨੂੰ ਟਾਈਟ ਫਿਟਿੰਗ ਮਾਸਕ ਦੀ ਜ਼ਰੂਰਤ ਨਹੀਂ ਹੈ। ਇਹ ਥੋੜ੍ਹੇ ਕੋਸਟਲੀ ਹੋਣ ਕਰਕੇ ਉਹ NHS ਨੂੰ ਪ੍ਰੋਵਾਈਡ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ। ਕਈ ਜਗ੍ਹਾ 'ਤੇ ਕੀਤਾ ਗਿਆ ਹੈ ਪਰ ਕਾਫੀ ਜਗ੍ਹਾ 'ਤੇ ਅਜੇ ਵੀ ਜਿਹੜਾ ਉਹ ਜਿਹੜੇ ਕੇਸਾਧਾਰੀ ਸਿੱਖ ਨੇ ਉਹਨਾਂ ਵਾਸਤੇ ਇਹ ਚੈਲੰਜ ਬਣਿਆ ਹੋਇਆ ਹੈ। ਔਰ ਪ੍ਰੋਬਲਮ ਇਹ ਹੈ ਕਿ ਜਿਹੜਾ ਸਾਡਾ ਰਿਲੀਜੀਅਸ ਸਿੱਖ ਕੋਡ ਆਫ ਕੰਡਕਟ ਹੈ ਉਸ ਵਿੱਚ ਇਸ ਐਸੈਂਸ਼ੀਅਲ ਪਾਰਟ ਕਿ ਕੇਸਾਧਾਰੀ ਸਿੱਖ ਵਾਸਤੇ ਕੇਸ ਰੱਖਣਾ ਇੱਕ ਬਹੁਤ ਹੀ ਜਿਹੜੀ ਇੱਕ ਜ਼ਰੂਰੀ ਇੱਕ ਪਾਰਟ ਆਫ ਬੋਡੀ ਹੈ। ਔਰ ਮਹਾਰਾਜ ਨੇ ਕਿਹਾ ਕਿ ਕੇਸ ਗੁਰੂ ਦੀ ਮੋਹਰ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਕਿ ਜਬ ਲਗਾ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਅਤੇ ਉਹ ਤਾਂ ਫਿਰ ਜਿਹੜੀ ਹੈ ਉਹ ਕੋਈ ਕੁਐਸਚਨ ਹੀ ਨਹੀਂ ਉੱਠਦਾ ਕਿ ਉਹ ਚੋਇਸ ਨਹੀਂ ਹੋਣੀ ਚਾਹੀਦੀ, ਬਲਕਿ ਉਹ ਡਾਕਟਰ ਦੇ ਨਾਲ ਬੈਠ ਕੇ ਜਾਂ ਹੈਲਥ ਕੇਅਰ ਵਰਕਰ ਦੇ ਨਾਲ ਬੈਠ ਕੇ ਅਥਾਰਟੀਜ਼ ਨੂੰ ਔਰ ਹੈਲਥ ਕੇਅਰ ਵਰਕਰ ਆਪ ਵੀ ਜਾਂ ਡਾਕਟਰ ਆਪ ਵੀ ਜਾ ਕੇ ਅਥਾਰਟੀਜ਼ ਨਾਲ ਸਲਾਹ ਕਰਨ ਔਰ ਉਹਨਾਂ ਦੇ ਨਾਲ ਡਿਸਕਸ ਕਰਨ ਕਿ ਇਹ ਆਪਸ਼ਨਸ ਹੋ ਸਕਦੀਆਂ। ਈਦਰ ਸਾਨੂੰ ਰਾਈਟ ਇਕੁਇਪਮੈਂਟ ਪ੍ਰੋਵਾਈਡ ਕੀਤਾ ਜਾਵੇ
ਜਾਂ ਫਿਰ ਉਸ এনवायरमेंट ਵਿੱਚ ਚੇਂਜ ਕੀਤਾ ਜਾਵੇ ਜਿੱਥੇ ਕਿ 에ਅਰੋਸੋਲ ਜਨਰੇਟਿੰਗ ਪ੍ਰੋਸੀਜਰਸ ਨਹੀਂ ਹਨ, ਔਰ ਇਹ ਬੜੀ ਈਜ਼ੀਲੀ ਹੋ ਸਕਦਾ ਹੈ, ਇਹਦੇ ਵਿੱਚ ਕੋਈ ਡਿਫਿਕਲਟੀ ਹੋਣੀ ਨਹੀਂ ਚਾਹੀਦੀ। ਸੁਖਪਾਲ ਜੀ। ਸਿੰਘ ਜੀ, ਤੁਸੀਂ ਆਪਣੇ ਸਿੱਖ ਡਾਕਟਰਸ ਐਸੋਸੀਏਸ਼ਨ ਦੇ ਮੁਖੀ ਹਨ। ਤੁਸੀਂ ਆ ਜਿਹੜੇ ਹੁਣ ਮੁੱਦੇ ਇਹਨਾਂ ਭਾਜੀ ਹੁਣੇ ਉਠਾਏ ਹਨ, ਇਸ ਮੁੱਦਿਆਂ ਤੇ ਤੁਸੀਂ ਕੋਈ ਵਿਚਾਰ ਕੀਤੀ ਹੈ ਸਰਕਾਰ ਦੇ ਨਾਲ, ਜਾਂ ਆਪਣੇ ਸੀਨੀਅਰ ਜਿਹੜੇ NHS ਦੇ ਆਪਣੇ ਵਰਕ ਜਿਹੜੇ ਐਗਜ਼ੀਕਿਊਟਿਵਸ ਹਨ, ਤੇ ਉਹਨਾਂ ਨਾਲ ਤੁਸੀਂ ਇਹਨਾਂ ਮੁੱਦਿਆਂ ਬਾਰੇ ਕੀ ਵਿਚਾਰ ਕੀਤੀ ਹੈ, ਜਾਂ ਕੀ ਜਾਣਕਾਰੀ ਦੱਸ ਸਕਦੇ ਹੋ ਤੁਸੀਂ ਸਾਨੂੰ? ਜੀ, ਸੋ ਜਿਹੜੀ ਸਾਡੀ ਐਸੋਸੀਏਸ਼ਨ ਹੈ ਜੀ, ਸਾਡੀ ਨੈਸ਼ਨਲ ਮੈਂਬਰਸ਼ਿਪ ਹੈਗੀ ਆ। ਹੁਣ ਤੱਕ ਅਗਰ ਅਸੀਂ ਗਿਣੀਏ, ਰਫਲੀ ਰਾਉਂਡ ਅਬਾਊਟ 44 ਲੋਕ ਡਾਕਟਰਸ ਜਾਂ ਹੈਲਥ ਪ੍ਰੋਫੈਸ਼ਨਲਸ ਜਿਹੜੇ ਨੇ ਅਫੈਕਟਡ ਨੇ। ਸੋ ਇਸ ਦੇ ਵਿੱਚ ਫੋਰਚੂਨੇਟਲੀ ਕਾਫੀ ਜਿਹੜੇ ਹੈਲਥ ਪ੍ਰੋਫੈਸ਼ਨਲਸ ਜਿਹੜੇ ਅਫੈਕਟਡ ਸੀਗੇ, ਉਹਨਾਂ ਦਾ ਕੇਸ ਜਿਹੜਾ ਹੈ ਰਿਜ਼ੋਲਵ ਕੀਤਾ ਗਿਆ। ਸੋ ਉਹਨਾਂ ਦੇ ਜਾਂ NHS ਟਰਸਟ ਦੇ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨੂੰ ਸਮਝਾਇਆ ਗਿਆ ਚੰਗੀ ਤਰ੍ਹਾਂ ਕਿ ਸਿੱਖ ਸਿਧਾਂਤਾਂ ਦੀ ਇੰਪੋਰਟੈਂਸ ਜਿਹੜੀ ਹੈ ਉਹ ਕੀ ਹੈ ਉਹਨਾਂ ਇੰਡੀਵਿਜੂਅਲਸ ਵਾਸਤੇ। ਔਰ ਕਾਫੀ ਅੰਡਰਸਟੈਂਡਿੰਗ ਜਿਹੜੀ ਆ ਉਹ ਸਾਡੇ ਜਿਹੜੇ ਹੋਰ ਕੌਮਾਂ ਦੇ ਲੋਕ ਨੇ ਜਿਹੜੇ NHS ਸੰਸਥਾਵਾਂ ਚਲਾਉਂਦੇ ਨੇ ਉਹਨਾਂ ਤੋਂ ਆਈ। ਤੇ ਜੋ ਕਿ ਮੇਰੇ ਵੀਰ ਡਾਕਟਰ ਜਸਤਿੰਦਰਪਾਲ ਸਿੰਘ ਜੀ ਨੇ ਹੁਣੇ ਦੱਸਿਆ ਹੈ ਕਿ ਆ PAPR ਜਿਹੜੀ ਕੋਈ ਮਹਿੰਗੀ ਜਿਹੜੀ ਇਕਵਿਪਮੈਂਟ ਹੁੰਦੀ ਹੈ ਜਿਹਦੇ ਨਾਲ ਬੰਦਾ ਆਪਣਾ ਕੇਸ ਨਾ ਬੇਅਦਬੀ ਕਰਕੇ ਕੰਮ ਕਰ ਸਕਦਾ ਆ, ਜਾਂ ਤੇ ਉਹ ਪ੍ਰੋਵਾਈਡ ਕੀਤਾ ਗਿਆ ਤੇ ਜਾਂ ਉਹਨਾਂ ਨੂੰ ਕਿਤੇ ਹੋਰ ਮੂਵ ਕਰ ਦਿੱਤਾ ਗਿਆ। ਸੋ ਇਹ ਤੇ ਸੀਗੇ ਕੁਝ ਜਿਹੜੇ ਹਸਪੀਟਲ ਵਾਲੇ ਕੇਸ ਸੀਗੇ। ਸਾਡੇ ਕੋਲ 5 ਕੇਸ ਹੋਰ ਨੇ ਜੋ ਕਿ GP ਸਰਜਰੀਜ਼ ਦੇ ਨਾਲ ਤਾਲੁਕ ਰੱਖਦੇ ਨੇ। ਉੱਥੇ ਇਹ ਵਿਸ਼ਾ ਹਜੇ ਵੀ ਚੱਲ ਰਿਹਾ ਹੈ। ਸਾਡੇ ਜੋ ਸਿੱਖ ਕਾਉਂਸਲ ਦੇ ਵੀਰ ਨੇ, ਉਹਨਾਂ ਨੇ ਐਂਡ ਸਾਡੀਆਂ ਸਿੱਖ ਡਾਕਟਰਸ ਆਰਗੇਨਾਈਜੇਸ਼ਨਸ ਨੇ ਰਲ ਕੇ, ਜੋ ਕਿ NHS ਦੇ ਸਭ ਤੋਂ ਮੁਖੀ ਨੇ, ਸਰ ਸਾਈਮਨ ਸਟੀਵਨਸ ਜੋ ਕਿ ਚੀਫ ਐਗਜ਼ੀਕਿਊਟਿਵ ਆਫਿਸਰ ਨੇ, ਉਹਨਾਂ ਨੂੰ ਚਿੱਠੀ ਲਿਖੀ ਸੀਗੀ। ਐਂਡ ਮੈਨੂੰ ਖੁਸ਼ੀ ਹੁੰਦੀ ਹੈ ਇਹ ਵੀ ਕਹਿ ਕੇ ਵੀ ਉਹਨਾਂ ਨੇ ਸਾਨੂੰ ਬਹੁਤ ਪ੍ਰੋਂਪਟਲੀ ਸਾਨੂੰ ਰਿਸਪੌਂਸ ਦਿੱਤੀ ਹੈ ਕਿ ਕਿਹਾ ਹੈ ਵੀ ਅਸੀਂ ਸਿੱਖ ਧਰਮ ਦਾ ਪੂਰਾ ਆਦਰ ਕਰਦੇ ਹਾਂ, ਔਰ ਜਿਸ ਤਰ੍ਹਾਂ ਸਾਡੀ ਜਿਹੜੀ ਗਾਈਡੈਂਸ ਹੈ ਜੋ ਕਿ ਪਬਲਿਕ ਹੈਲਥ ਇੰਗਲੈਂਡ ਤੋਂ ਆਉਂਦੀ ਹੈ, ਇਹ ਗਾਈਡੈਂਸ ਦੇ ਅਨੁਸਾਰ ਜੋ ਅਸੀਂ ਸਾਰੇ ਚੱਲਦੇ ਹਾਂ ਵੀ ਕਿਸ ਤਰ੍ਹਾਂ ਦਾ ਮਾਸਕ ਕਿਸ ਤਰ੍ਹਾਂ ਦੇ ਬੰਦੇ ਨੂੰ ਕਿਸ ਤਰ੍ਹਾਂ ਦੀ ਜਗ੍ਹਾ ਦੇ ਵਿੱਚ ਦਿੱਤਾ ਜਾਏ ਤੇ ਉੱਥੇ ਸਾਡੀ ਪੂਰੀ ਸਹਾਇਤਾ ਹੋਏਗੀ। ਟਰਬਲ ਇੱਥੇ ਆ ਰਹੀ ਹੈ ਕਿ ਠੀਕ ਹੈ ਜੀ, ਜੋ ਮੁਖੀ ਹੈਗੇ ਨੇ ਉਹਨਾਂ ਨੇ ਤੇ ਕਹਿ ਦਿੱਤਾ, ਬਟ ਜਿਹੜੀਆਂ GP ਸਰਜਰੀਜ਼ ਨੇ, ਇਹ ਕੋਈ ਇੱਕ ਵੱਡੀ ਆਰਗੇਨਾਈਜੇਸ਼ਨ ਨਹੀਂ, ਸਗੋਂ ਛੋਟੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ। ਅਗਰ ਅਸੀਂ ਐਗਜ਼ਾਮਪਲ ਲੈ ਲਈਏ, ਜਿਹੜੀਆਂ ਵੱਡੀਆਂ ਸੁਪਰਮਾਰਕੀਟਸ ਹੁੰਦੀਆਂ ਨੇ, ਸੇਨਸਬਰੀਜ਼, ਮੋਰਿਸਨਸ, ਇਹਨਾਂ ਨੂੰ ਤੁਸੀਂ ਸੋਚ ਲਓ ਵੀ ਜਿਸ ਤਰ੍ਹਾਂ ਹਸਪੀਟਲ ਟਾਈਪ ਹੋ ਗਈਆਂ। ਜਿਹੜੀਆਂ ਛੋਟੀਆਂ ਦੁਕਾਨਾਂ ਨੇ ਜਿਸ ਤਰ੍ਹਾਂ ਕੋਰਨਰ ਸ਼ਾਪਸ ਹੋ ਗਈਆਂ, ਇਹਨਾਂ ਨੂੰ ਤੁਸੀਂ GP ਪ੍ਰੈਕਟਿਸਿਸ ਦੇ ਇਕੁਇਵਲੈਂਟ ਸੋਚ ਸਕਦੇ ਹਾਂ। ਸੋ ਮੈਂ ਖੁਦ GP ਹਾਂ, ਮੈਂ ਆਪਣੀ ਸਰਜਰੀ ਖੁਦ ਚਲਾਉਂਦਾ ਹਾਂ। ਜੋ ਵੀ ਬਿੱਲ ਬੱਤੀਆਂ ਨੇ ਸਾਰੇ ਆਪੇ ਭਰੀਦੇ ਨੇ। ਜੋ ਵੀ ਗਾਈਡੈਂਸ ਸਾਨੂੰ ਸੈਂਟਰਲ ਤੋਂ ਆਉਂਦੀ ਹੈ ਉਹਦੀ ਅਸੀਂ ਇੰਟਰਪ੍ਰੀਟੇਸ਼ਨ ਖੁਦ ਕਰਕੇ ਤੇ ਆਪਣੇ ਗਾਈਡੈਂਸ ਜਿਹੜੀ ਆ ਆਪਣੇ ਵਰਕਰਸ 'ਤੇ ਲਾਗੂ ਕਰਦੇ ਹਾਂ। ਸੋ ਆਈ ਥਿੰਕ ਉੱਥੇ ਅਸੀਂ ਹੁਣ ਕਾਫੀ ਜਿਹੜਾ ਆ ਆਪਣਾ ਯੋਗਦਾਨ ਹੁਣ ਪਾਉਣਾ ਚਾਹ ਰਹੇ ਹਾਂ ਕਿ ਵਕੀਲਾਂ ਦੀ ਵੀ ਸਹਾਇਤਾ ਲਈ ਜਾਏ, ਕਿਉਂਕਿ ਕਾਨੂੰਨ ਬਿਲਕੁਲ ਸਾਡੇ ਨਾਲ ਹੈ। ਇਕੁਆਲਿਟੀ ਐਕਟ 2010 ਜੋ ਕਿ ਇੱਕ ਅੰਮ੍ਰਿਤਧਾਰੀ ਬੰਦੇ ਦਾ ਕਰਕੇ ਹੀ ਅੱਗੇ ਕਾਨੂੰਨ ਬਣਿਆ, ਇਹ ਜਿਹੜੀ ਹੈ ਸਾਡੀ ਬਹੁਤ ਵੱਡੀ ਪ੍ਰੋਟੈਕਸ਼ਨ ਰੱਖਦੀ ਹੈ ਕਾਨੂੰਨ ਦੀਆਂ ਅੱਖਾਂ ਦੇ ਵਿੱਚ। ਸੋ ਇਹਨੂੰ ਲੈ ਕੇ ਅਸੀਂ ਜੋ ਐਡਵਾਈਸ ਔਰ ਜੋ ਹੈਲਪ ਅਸੀਂ ਦੇ ਸਕਦੇ ਹਾਂ ਅਸੀਂ ਪੂਰੀ ਤਰ੍ਹਾਂ ਦੇ ਰਹੇ ਹਾਂ, ਔਰ ਹੋਰ ਵੀ ਅੱਗੇ ਪ੍ਰੋਜੈਕਟਸ ਕਰ ਰਹੇ ਹਾਂ ਜੀ। ਡਾਕਟਰ ਦਿਲਸ਼ੇਰ ਸਿੰਘ ਜੀ, ਮੈਂ ਤੁਹਾਨੂੰ ਤੁਹਾਡੇ ਲਈ ਸਵਾਲ ਇਹ ਆ ਕਿ ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਮੌਤਾਂ ਹੋ ਗਈਆਂ ਆ। ਹਾਂਜੀ। ਸੋ ਇਹ ਵੀ
ਤੁਹਾਡੇ ਕਿਉਂਕਿ ਤੁਸੀਂ ਇਸ profession ਦੇ ਵਿੱਚ ਕੰਮ ਕਰਦੇ ਹੋ, ਤੁਹਾਡਾ ਰੋਜ਼ ਵਾਹ ਪੈਂਦਾ ਆ, ਤੁਹਾਡੇ ਕੀ ਵਿਚਾਰ ਹਨ ਕਿ ਇੱਥੇ ਦੀ ਸਰਕਾਰ ਨੇ ਕੀ ਕੁਛ ਢਿੱਲ ਦਿਖਾਈ ਆ, ਜਾਂ ਕੋਈ ਕਮਜ਼ੋਰੀ ਸੀਗੀ, ਜਾਂ ਕੋਈ NHS ਦੇ ਵਿੱਚ ਕਮਜ਼ੋਰੀ ਸੀਗੀ? ਕਿਉਂ ਇਸ ਮੁਲਕ ਦੇ ਵਿੱਚ ਇੰਗਲੈਂਡ ਮਤਲਬ ਹਰੇਕ ਕੰਮ ਦੇ ਵਿੱਚ ਅੱਗੇ ਆ, ਪਰ ਇਹਦੇ ਵਿੱਚ ਕਿਉਂ ਆਪਾਂ ਇੰਨੀਆਂ ਮੌਤਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਕਰੋਨਾ ਵਾਇਰਸ ਦੇ ਇਸ ਮੌਕੇ? ਕਿਉਂ ਹੈ ਇੰਗਲੈਂਡ ਦੂਜੇ ਨੰਬਰ ਤੇ, ਜਦ ਕਿ ਅਸੀਂ ਦੂਜੇ ਯੂਰਪ ਦੇ ਵਿੱਚ ਦੂਸਰੇ ਮੁਲਕ ਦੇਖੀਏ, ਖਾਸ ਕਰਕੇ ਜਰਮਨ, ਜਿਹਦੀ ਇੱਥੇ ਦੀ ਇਸ ਮੁਲਕ ਦੇ ਨਾਲੋਂ ਜ਼ਿਆਦਾ ਪੋਪੂਲੇਸ਼ਨ ਆ, ਤੇ ਉਹਦੇ ਵਿੱਚ ਕਾਫੀ ਘੱਟ ਮੌਤਾਂ ਹੋਈਆਂ। ਇਹਦਾ ਕਾਰਨ ਤੁਸੀਂ ਦੱਸੋ, ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਦੇਖੋ ਜੀ, ਜਿਹੜਾ ਇੰਗਲੈਂਡ ਦੇ ਅੰਦਰ ਕਰੋਨਾ ਵਾਇਰਸ ਦੀ ਜਦੋਂ ਬਿਮਾਰੀ ਸ਼ੁਰੂ ਹੋਈ ਹੈ, ਇਹਨਾਂ ਨੇ ਜਦੋਂ ਇੱਥੇ ਫੈਲਣਾ ਸ਼ੁਰੂ ਹੋਇਆ ਹੈ, ਸੋ ਥੋੜਾ ਜਿਹਾ ਆਪਣਾ ਸ਼ੁਰੂ ਦੇ ਅੰਦਰ ਜਿਹਦੇ ਆਪਾਂ ਇੱਥੇ ਥੋੜੀ ਜੀ ਡਿਲੇ ਹੋ ਗਿਆ ਜੀ, ਢਿੱਲ ਵਰਤ ਗਈ ਕਿ ਜਦੋਂ ਇਹਨਾਂ ਨੇ ਇਮੀਡੀਏਟਲੀ ਆਪਾਂ ਕੰਟਰੋਲ ਕਰਨੇ ਸੀਗੇ, ਇਮੀਡੀਏਟਲੀ ਆਪਾਂ ਬਾਰਡਰ ਘਟਾਣੇ ਸੀਗੇ, ਬਾਹਰੋਂ ਜਿਹੜੇ ਆ ਰਹੇ ਸੀ ਆਪਣੇ ਭੈਣ ਭਰਾ ਜਿਹੜੇ ਵਾਪਸ, ਉਹਨਾਂ ਦੀ ਟੈਸਟਿੰਗ ਹੋਣੀ ਸੀ, ਉਹ ਸ਼ੁਰੂ 'ਚ ਨਹੀਂ ਹੋਈ। ਦੂਸਰੀ ਗੱਲ ਹੈ ਜੀ ਕਿ ਆਪਣਾ ਜਿਹੜਾ PPE ਇਕਵਿਪਮੈਂਟ ਦੀ ਗੱਲ ਲੈ ਲਈਏ, ਜਿਹੜੀ PPE ਆਪਾਂ ਕਈ ਵਾਰੀ ਯੂਜ਼ ਕਰਦੇ ਹਾਂ ਜੀ, ਨਿਊਜ਼ 'ਚ ਵੀ ਆ ਰਿਹਾ, ਪਰ ਇਹ ਸਮਝਣ ਦੀ ਗੱਲ ਹੈ ਕਿ ਬੇਸਿਕਲੀ ਇਹ ਐਸੀ ਚੀਜ਼ਾਂ ਨੇ ਜਿਹੜੇ ਆਪਾਂ ਮਾਸਕ ਵਗੈਰਾ ਹੋ ਗਿਆ, ਜਾਂ ਇਹ ਚੀਜ਼ਾਂ, ਗਲਵਜ਼ ਹੋ ਗਏ, ਜਿਹੜੇ ਆਪਾਂ ਪ੍ਰੋਪਰ ਪ੍ਰੋਟੈਕਸ਼ਨ ਯੂਜ਼ ਕਰਨੀ ਹੈ ਨਾ ਜੀ, ਜਦੋਂ ਆਪਾਂ ਮਰੀਜ਼ਾਂ ਨੂੰ ਦੇਖਣਾ ਹੈ, ਉਹਨੂੰ ਅਸੀਂ PPE ਕਹਿੰਦੇ ਹਾਂ ਨਾ ਜੀ, ਪ੍ਰੋਟੈਕਸ਼ਨ ਇਕਵਿਪਮੈਂਟ, ਹੈ ਨਾ ਜੀ, ਸੁਰੱਖਿਆ ਵਾਸਤੇ ਤੁਹਾਡਾ ਇਕਵਿਪਮੈਂਟ। ਹੁਣ ਇਹਦੀ ਇਹ ਗੱਲ ਹੈ ਜੀ ਕਿ ਇਹ ਥੋੜੀ ਲੇਟ ਆਇਆ, ਜਦੋਂ ਤੱਕ ਸਾਡੇ ਭੈਣ ਭਰਾਵਾਂ ਕੋਲ ਪਹੁੰਚਿਆ ਥੋੜਾ ਲੇਟ ਹੋ ਗਿਆ, ਉਦੋਂ ਤੱਕ ਕਈਆਂ ਨੂੰ ਆਲਰੇਡੀ ਇਸ ਬਿਮਾਰੀ ਤੋਂ ਅਸਰ ਹੋਣਾ ਸ਼ੁਰੂ ਹੋ ਗਿਆ ਸੀ। ਬਾਕੀ ਰਹੀ ਗੱਲ ਜੀ ਕਿ ਕਦੋਂ ਇਹਨਾਂ ਨੇ ਪੂਰਾ ਦੇਸ਼ ਨੂੰ ਬੰਦ ਕੀਤਾ, ਉਹ ਰਾਈਟ ਟਾਈਮ ਸੀ ਕਿ ਨਹੀਂ ਸੀ? ਦੇਖੋ ਜੀ, ਇਹਨਾਂ ਨੇ ਵੈਸੇ ਪ੍ਰੋਪਰ ਸਲਾਹ ਲਈ ਹੈ ਆਪਣਾ ਐਕਸਪਰਟਸ ਕੋਲੋਂ, ਜਿਨ੍ਹਾਂ ਆਪਾਂ ਕਹਿ ਲਓ ਡਾਕਟਰ ਹੋ ਗਏ, ਸਾਇੰਟਿਸਟ ਹੋ ਗਏ, ਇਹਨਾਂ ਸਾਰਿਆਂ ਕੋਲੋਂ। ਉਸ ਸਲਾਹ ਦੇ ਉੱਤੇ ਗੌਰਮੈਂਟ ਨੇ ਅਮਲ ਤਾਂ ਕੀਤਾ ਜੀ, ਤੇ ਉਹ ਗੌਰਮੈਂਟ ਦੀ ਇੱਥੇ ਕਾਫੀ ਹੱਦ ਤੱਕ ਜਿਹੜੀ ਆਪਣੇ ਸਾਡੇ ਸਮਾਜ ਦੇ ਅੰਦਰ ਵੀ ਸਾਰਿਆਂ ਨੇ ਕਾਫੀ ਸਹਿਯੋਗ ਦਿੱਤਾ। ਜਦੋਂ ਉਹਨਾਂ ਨੇ ਕਿਹਾ ਸੀ ਲੋਕਡਾਊਨ ਕੀਤਾ, ਉਸ ਤੋਂ ਬਾਅਦ ਲੋਕ ਘਰਾਂ 'ਚ ਰਹੇ ਨੇ, ਉਹ ਘਰਾਂ 'ਚ ਰਹਿਣ ਕਾਰਨ ਉਹਨਾਂ ਨੇ ਆਪਣਾ ਜਿਹੜਾ ਬਿਮਾਰੀ ਦਾ ਜਿਹੜਾ ਫੈਲਣਾ ਸੀ ਉਹ ਘਟ ਗਿਆ। ਹਾਂਜੀ, ਤੇ ਜਿਹੜੇ ਇੱਕਦਮ ਕੇਸ ਬਹੁਤ ਸਾਰੇ ਵੱਧ ਗਏ ਸੀਗੇ ਆਪਣਾ ਹਸਪਤਾਲਾਂ ਦੇ ਅੰਦਰ, ਉਹ ਵੀ ਹੌਲੀ ਹੌਲੀ ਹੁਣ ਘਟਣੇ ਸ਼ੁਰੂ ਹੋ ਗਏ। ਤਾਂ ਹੀ ਹੁਣ ਅਸੀਂ ਇਸ ਲੈਵਲ ਤੇ ਅੱਜ ਪਹੁੰਚੇ ਹਾਂ ਕਿ ਫਰਕ ਪਿਆ। ਰਹੀ ਗੱਲ ਜੀ ਕਿਉਂ ਜ਼ਿਆਦਾ ਹੋਈਆਂ ਜੀ, ਉਹਦਾ ਕਾਫੀ ਸਾਰੇ ਕਾਰਨ ਹੋ ਸਕਦੇ। ਇੱਕ ਤਾਂ ਆਪਾਂ ਥੋੜਾ ਲੇਟ ਇੱਥੇ ਬੰਦ ਕੀਤਾ, ਦੂਸਰਾ ਆਪਣਾ ਇੱਥੇ ਟੈਸਟਿੰਗ ਨਹੀਂ ਆਈ ਜੀ। ਹੁਣ ਜਰਮਨੀ ਵਗੈਰਾ ਆਪਾਂ ਜੇ ਦੇਖੀਏ, ਉਹਨਾਂ ਨੇ ਜਿਹਨੂੰ ਆਪਾਂ ਨੀਅਰ ਪੇਸ਼ੈਂਟ ਟੈਸਟਿੰਗ ਕਹਿੰਦੇ, ਜੋ ਕਿ ਵੀ ਜਿਹਨੂੰ ਵੀ ਕੋਈ ਲੱਛਣ ਹੋ ਰਹੇ ਇਸ ਬਿਮਾਰੀ ਦੇ, ਉਹਨਾਂ ਨੇ ਨਾਲ ਦੇ ਨਾਲ ਉਹਨਾਂ ਨੇ ਟੈਸਟ ਖੋਲ ਦਿੱਤੇ ਸੀ ਬਹੁਤ ਸਾਰੇ, ਹੈ ਨਾ ਜੀ। ਆਪਣੇ ਇੱਥੇ ਤੇ ਕਾਫੀ ਦੇਰ ਲੱਗੀ ਜੀ ਆਪਣਾ ਟੈਸਟਾਂ ਨੂੰ ਪਹੁੰਚਣ ਦੀ। ਹਜੇ ਤੱਕ ਪਬਲਿਕ ਤੱਕ ਤਾਂ ਹਜੇ ਵੀ ਨਹੀਂ ਪ੍ਰੋਪਰਲੀ ਪਹੁੰਚੇ ਜੀ, ਹਜੇ ਹੈਲਥ ਕੇਅਰ ਵਰਕਰਾਂ ਤੱਕ ਹੀ ਆਏ ਨੇ। ਜਰਮਨੀ ਦੇ ਅੰਦਰ ਉਹਨਾਂ ਨੇ ਇਮੀਡੀਏਟ ਹੀ ਖੋਲ ਦਿੱਤੇ ਸੀ ਜੀ ਟੈਸਟ। ਜਦੋਂ ਇੱਕਦਮ ਟੈਸਟ ਖੋਲੇ, ਨਾਲ ਦੇ ਨਾਲ ਉਹਨਾਂ ਨੇ ਸਾਰਿਆਂ ਨੂੰ ਸਕਰੀਨ ਕਰਨਾ ਸ਼ੁਰੂ ਕਰਤਾ। ਜਿਹੜੇ ਪੋਜ਼ਿਟਿਵ ਸੀ ਉਹਨਾਂ ਨੂੰ ਨਾਲ ਦੇ ਨਾਲ ਉਹਨਾਂ ਨੇ ਕੁਆਰੰਟੀਨ ਕੀਤਾ। ਉਹਦੇ ਨਾਲ ਜੀ ਕਾਫੀ ਸਾਰਾ ਫਰਕ ਪਿਆ, ਕਿਉਂਕਿ ਇਹ ਜਿਹੜਾ ਵਾਇਰਸ ਹੈ ਨਾ ਜੀ, ਇੱਕ ਹੈ ਤਾਂ ਇੱਕ ਤਰ੍ਹਾਂ ਫਲੂ ਵਾਇਰਸ ਵਾਂਗੀ, ਬਸ ਫਰਕ ਇਹਦਾ ਇੰਨਾ ਹੈ ਕਿ ਇਹ ਫਲੂ ਵਾਇਰਸ ਨਾਲੋਂ ਜ਼ਿਆਦਾ ਜਲਦੀ ਫੈਲਦਾ ਹੈ ਨਾ ਜੀ। ਤੇ ਕੁਝ ਜਿਹੜੇ ਲੋਕ ਆਪਣੇ ਭੈਣ ਭਰਾ ਨੇ ਜਿਨ੍ਹਾਂ ਨੂੰ ਆਲਰੇਡੀ ਅੰਡਰਲਾਈਂਗ ਆਪਣਾ ਪ੍ਰੋਬਲਮਸ ਹੈਗੀਆਂ, ਜੋ ਕਿ ਆਪਣੇ ਸਮਾਜ ਦੇ, ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੈ, ਸ਼ੂਗਰ ਦੀ ਬਿਮਾਰੀ ਹੈ, ਦਿਲ ਦੀ ਬਿਮਾਰੀ ਹੈ, ਇਹਨਾਂ ਸਾਰਿਆਂ ਨੂੰ ਜੇ ਵਾਇਰਸ ਆ ਜਾਵੇ, ਤੇ ਜਾਂ ਜਿਨ੍ਹਾਂ ਨੂੰ ਪਿੱਛੇ ਕੈਂਸਰ ਵਗੈਰਾ ਜਾਂ ਹੋਰ ਐਸੀ ਦਵਾਈਆਂ ਤੇ ਨੇ ਜਿਹਦੇ ਨਾਲ ਜੀ ਸਾਡੀ ਜਿਹੜਾ ਆਪਣਾ ਆਪਾਂ ਕਹਿੰਦੇ ਨਾ ਆਪਣੇ ਸਰੀਰ ਦੀ ਜਿਹੜੇ ਅੰਦਰੂਨੀ ਤਾਕਤ ਬਿਮਾਰੀਆਂ ਨਾਲ ਲੜਨ ਦੀ ਘਟ ਜਾਂਦੀ ਹੈ, ਜਿਨ੍ਹਾਂ ਨੂੰ ਅਸੀਂ ਇਮਿਊਨੋ ਸਪਰੈਸ਼ਨ ਕਹਿੰਦੇ, ਉਹ ਜੇ ਕੋਈ ਵੀ ਉਸ ਦਵਾਈਆਂ ਤੇ ਹੈਗੇ ਨੇ ਜੀ, ਤੇ ਉਹਨਾਂ ਨੂੰ ਫਿਰ ਇਸ ਬਿਮਾਰੀ ਨਾਲ ਲੜਨ ਦੀ ਤਾਕਤ ਘਟ ਗਈ ਹੈ ਨਾ ਜੀ, ਤੇ ਫਿਰ ਉਹਨਾਂ ਤੇ ਜੇ ਅਸਰ ਹੋ ਗਿਆ ਤੇ ਫਿਰ ਉਹਨਾਂ ਨੂੰ ਥੋੜਾ ਬਚਣਾ ਮੁਸ਼ਕਿਲ ਹੋ ਜਾਂਦਾ ਜੀ। ਇਸ ਲਈ ਸੌਰੀ ਭਾਈ, ਇਹ ਮੈਂ ਹਾਂਜੀ ਦੱਸੋ ਜੀ।
ਹਾਂ, ਮੈਂ ਡਾਕਟਰ ਦਿਲਸ਼ੇਰ ਹੋਰਾਂ ਦੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਕਿ ਐਜ਼ ਅ ਜੀਪੀ ਹੋਣ ਦੇ ਨਾਤੇ ਇੱਕ ਸਾਡਾ ਇਹ ਵੀ ਅੱਜ ਫਰਜ਼ ਬਣਦਾ ਕਿ ਅਸੀਂ ਆਪਣੇ ਜਿਹੜੇ ਇਹ ਸੰਦੇਸ਼ ਜ਼ਰੂਰ ਪਹੁੰਚਾਈਏ ਕਿ ਅਜੇ ਸਿਚੁਏਸ਼ਨ ਕਾਫੀ ਬਹੁਤ ਗੰਭੀਰ ਹੈ। ਅਜੇ ਕੋਈ ਸਾਨੂੰ ਅਜੇ ਤੱਕ ਇਸ ਬਿਮਾਰੀ ਦਾ ਇਲਾਜ ਨਹੀਂ ਲੱਭਿਆ। ਠੀਕ ਹੈ, ਕਿਉਂਕਿ ਬਹੁਤ ਜ਼ਿਆਦਾ ਦੇਰ ਤੱਕ ਲੋਕਡਾਊਨ ਨਹੀਂ ਰੱਖਿਆ ਜਾ ਸਕਦਾ। ਸਰਕਾਰ ਨੂੰ ਥੋੜ੍ਹਾ ਜਿਹਾ ਉਸ ਵਿੱਚ ਢਿੱਲ ਦਿੱਤੀ ਹੈ, ਪਰ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪੂਰੇ ਇਹਤਿਆਤ ਅਜੇ ਵਰਤੀਏ ਔਰ ਸੋਸ਼ਲ ਡਿਸਟੈਂਸਿੰਗ ਜਿਹੜਾ ਕਿ ਬੇਸਿਕ ਜਿਹੜੀ ਉਹਨਾਂ ਨੇ ਦਿੱਤੀਆਂ ਹਦਾਇਤਾਂ ਉਹ ਜ਼ਰੂਰ ਕਰੀਏ। 2 ਮੀਟਰ ਦਾ ਡਿਸਟੈਂਸ ਰੱਖੀਏ। ਅਜੇ ਵੀ ਘੱਟ ਤੋਂ ਘੱਟ ਬਾਹਰ ਜਿਹੜਾ ਕਿਸੇ ਬਹੁਤ ਜ਼ਰੂਰੀ ਕੰਮ ਹੈ ਤਾਂ ਫੇਰ ਹੀ ਜਾਈਏ, ਔਰ ਅਗਰ ਕੰਮ ਤੁਸੀਂ ਘਰੋਂ ਨਹੀਂ ਕਰ ਸਕਦੇ ਫੇਰ ਹੀ ਜਾਓ। ਨਹੀਂ ਤਾਂ ਅਗਰ ਘਰੋਂ ਕੰਮ ਕੀਤਾ ਜਾ ਸਕਦਾ ਹੈ ਤੇ ਜ਼ਰੂਰ ਘਰ 'ਚ ਹੀ ਰਹਿ ਕੇ ਕੰਮ ਕੀਤਾ ਜਾਵੇ। ਜਿਹੜੀ ਜਿਸ ਤਰ੍ਹਾਂ ਕਿ ਡਾਕਟਰ ਦਿਲਸ਼ੇਰ ਸਿੰਘ ਉਹਨਾਂ ਨੇ ਦੱਸਿਆ ਕਿ ਅੰਡਰਲਾਈਂਗ ਪ੍ਰੋਬਲਮਸ ਅਗਰ ਹੈਗੀਆਂ, ਡਾਇਬਟੀਜ਼ ਦੀ, ਹਾਰਟ ਦੀਆਂ ਪ੍ਰੋਬਲਮਸ, ਅਗਰ ਅਸੀਂ ਘਰ ਦੇ ਵਿੱਚ ਰਹਿ ਰਹੇ ਹਾਂ ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਘਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਆਪਣੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ। 2 ਤਰ੍ਹਾਂ ਦੇ ਨਾਲ ਇਹ ਬਹੁਤ ਜ਼ਿਆਦਾ ਹੁਣ ਸਾਨੂੰ ਦੇਖਣ ਦੇ ਵਿੱਚ ਆ ਰਿਹਾ ਕਿ ਮਰੀਜ਼ਾਂ ਦੇ ਵਿੱਚ ਚੇਂਜਸ ਆ ਰਹੀਆਂ। ਇੱਕ ਤਾਂ ਕਿਉਂਕਿ ਬਹੁਤ ਦੇਰ ਘਰ ਰਹਿ ਕੇ ਇੱਕ ਸਟ੍ਰੈਸ ਔਰ ਐਂਗਜ਼ਾਇਟੀ ਵੀ ਡਿਵੈਲਪ ਹੋ ਰਹੀ ਹੈ, ਔਰ ਦੂਸਰਾ ਸਿਹਤ ਜਿਹੜੀ ਹੈ ਉਹਦਾ ਖਿਆਲ ਰੱਖਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ। ਸੋ ਬੇਸਿਕਲੀ ਇਹ ਜ਼ਰੂਰੀ ਹੈ ਕਿ ਹਰ ਇੱਕ ਆਪਣੇ ਦੇਖਣ ਕਿ ਘਰ ਦੇ ਵਿੱਚ ਕਿਸ ਤਰ੍ਹਾਂ ਐਕਸਰਸਾਈਜ਼ ਕਰ ਸਕਦੇ ਆ। ਸਾਡੇ ਉਹ ਇੱਕ ਸਕਿਪਿੰਗ ਸਿੰਘ ਹੋਰਾਂ ਦੀ ਜਿਹੜੀ ਅੱਜ ਕੱਲ੍ਹ ਵੀਡੀਓ ਜਾ ਰਹੀ ਹੈ ਉਹ ਬੜੀ ਜਿਹੜੀ ਹੈ ਉਹ ਦੇਖਣ ਵਾਲੀ ਹੈ ਕਿ ਕਿਸ ਤਰ੍ਹਾਂ ਉਹ ਸਕਿਪਿੰਗ ਕਰਕੇ ਸਾਡੇ ਜਿਹੜੇ ਬਜ਼ੁਰਗਵਾਰ ਨੇ ਉਹ ਆਪਣਾ ਜਿਹੜੀ ਸਿਹਤ ਨੂੰ ਠੀਕ ਰੱਖ ਰਹੇ ਆ। ਤੋ ਇਸ ਤਰ੍ਹਾਂ ਕੋਈ ਨਾ ਕੋਈ ਸਟੈਟਿਕ ਘਰ ਦੇ ਸਾਈਕਲਿੰਗ ਕਰ ਲਵੋ, ਘਰ ਦੇ ਵਿੱਚ ਹੀ ਚੱਕਰ ਲਗਾਵੋ, ਬਾਹਰ ਇੱਕ ਵਾਰੀ ਹੋ ਕੇ ਆ ਸਕਦੇ ਹੋ। ਪਰ ਜਦੋਂ ਵੀ ਤੁਸੀਂ ਈਵਨ ਐਕਸਰਸਾਈਜ਼ ਜਾਂ ਪਾਰਕ ਵਿੱਚ ਜਾਂਦੇ ਹੋ ਤਾਂ ਮੇਕ ਸ਼ੋਰ ਕਿ ਤੁਹਾਡੀ ਸੋਸ਼ਲ ਡਿਸਟੈਂਸਿੰਗ ਹੈਗੀ ਹੈ। ਔਰ ਜਦੋਂ ਵੀ ਤੁਸੀਂ ਜਾਂਦੇ ਹੋ ਤਾਂ ਫੇਸ ਮਾਸਕ ਅਗਰ ਪਾ ਸਕਦੇ ਹੋ ਤਾਂ ਜ਼ਰੂਰ ਪਾਉਣਾ ਚਾਹੀਦਾ ਹੈ। ਔਰ ਦੇਖਿਆ ਗਿਆ ਕਿ ਫੇਸ ਮਾਸਕ ਅਗਰ ਤੁਸੀਂ ਆਪ ਪਾਇਆ ਔਰ ਕਿਸੇ ਹੋਰ ਨੇ ਪਾਇਆ, ਉਹ ਜਿਹੜੀ ਬਹੁਤ ਜ਼ਿਆਦਾ 3-4 ਗੁਣਾ ਜਿਹੜਾ ਉਸ ਨੂੰ ਬਚਾਉਂਦਾ ਹੈ। ਅਗਰ ਇਕੱਲੇ ਤੁਸੀਂ ਪਾਇਆ ਦੂਸਰੇ ਨੇ ਨਹੀਂ ਪਾਇਆ ਤਾਂ ਉਹਦੀ ਵੀ ਜਿਹੜੀ ਹੈ ਉਹ ਰਿਸਕ ਥੋੜ੍ਹਾ ਉਹਦੇ ਨਾਲੋਂ ਜ਼ਿਆਦਾ ਹੁੰਦਾ ਹੈ। ਤੋ ਇਸ ਲਈ ਅਗਰ ਕੋਸ਼ਿਸ਼ ਕੀਤੀ ਜਾਵੇ ਕਿ ਅਗਰ ਅਸੀਂ ਘਰ 'ਚ ਵੀ ਆਪਣੇ ਫੇਸ ਮਾਸਕ ਬਣਾ ਸਕਦੇ ਹਾਂ, ਬਾਹਰ ਜਾਣ ਲਈ ਉਹ ਬਣਾ ਕੇ ਪਾਏ ਜਾਣ। ਔਰ ਜਦੋਂ ਵੀ ਕਿਸੇ ਚੀਜ਼ ਨੂੰ ਅਗਰ ਫੋਰ ਐਗਜ਼ਾਮਪਲ ਪੈਟਰੋਲ ਪੰਪਸ 'ਤੇ ਜਾਂਦੇ ਹਾਂ, ਦੇਖੇਗਾ ਕਿ ਪੈਟਰੋਲ ਪੰਪਸ ਦੇ ਹੈਂਡਲਸ ਵੀ ਬਹੁਤ ਹੀ ਜ਼ਿਆਦਾ ਇਨਫੈਕਸ਼ਨ ਨੂੰ ਫੈਲਾ ਰਹੇ ਨੇ, ਔਰ ਤੁਸੀਂ ਉਸ ਟਾਈਮ ਦੇ ਉੱਤੇ ਗਲਵਜ਼ ਯੂਜ਼ ਕਰੋ। ਅਗਰ ਘਰ ਆਉਂਦੇ ਹੋ ਉਸ ਤੋਂ ਬਾਅਦ ਗਲਵਜ਼ ਉਤਾਰ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਹੱਥ ਨਾਲ ਵਾਸ਼ ਕਰੋ। ਜਿਹੜਾ ਜੈਲ ਦੇ ਨਾਲ, ਐਲਕੋਹਲ ਜੈਲ ਦੇ ਨਾਲ ਉਹਨੂੰ ਸਾਫ਼ ਕੀਤਾ ਜਾਵੇ ਹੱਥਾਂ ਨੂੰ। ਤੋ ਇਹ ਸਾਰੀਆਂ ਇਹਤਾਤ ਵਰਤਣਾ ਬਹੁਤ ਜ਼ਰੂਰੀ ਹਨ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ। ਘਰ ਦੇ ਵਿੱਚ ਜਿੰਨੀ ਐਕਸਰਸਾਈਜ਼ ਹੋ ਸਕਦੀ ਹੈ ਉਹ ਕਰੋ। ਔਰ ਜਿਹੜੀ ਹੈ ਇਹਦੇ ਨਾਲ ਤੁਹਾਡੀ ਇੱਕ ਤਾਂ ਐਂਗਜ਼ਾਇਟੀ, ਸਟ੍ਰੈਸ ਲੈਵਲ ਵੀ ਘਟਦੇ ਨੇ, ਔਰ ਦੂਸਰਾ ਆਪਣੀ ਸਿਹਤ ਵੀ ਠੀਕ ਰਹਿੰਦੀ ਹੈ। ਔਰ ਖਾਣ ਪੀਣ ਦੇ ਉੱਤੇ ਵੀ ਖਾਸ ਕਰਕੇ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਉਤਨਾ ਹੀ ਖਾਈਏ ਜਿਤਨਾ ਕਿ ਜ਼ਰੂਰਤ ਹੈ, ਕਿਉਂਕਿ ਅਸੀਂ ਇੰਨਾ ਜ਼ਿਆਦਾ ਬਾਹਰ ਨਹੀਂ ਜਾ ਰਹੇ ਤੇ ਘਰ ਦੇ ਵਿੱਚ ਅਗਰ ਰਹਿ ਰਹੇ ਹਾਂ ਸਾਨੂੰ ਜਿਹੜੀ ਖਾਣ ਦੀ ਜ਼ਰੂਰਤ ਵੀ ਉਤਨੀ ਹੋਣੀ ਚਾਹੀਦੀ ਕਿ ਜਿਤਨਾ ਆਰਾਮ ਨਾਲ ਹਜ਼ਮ ਹੋ ਸਕੇ। ਮੈਂ ਉਹੀ ਗੱਲ ਕਰਨੀ ਚਾਹੁੰਦਾ ਸੁਖਪਾਲ ਸਿੰਘ ਜੀ, ਹਾਂਜੀ। ਜਿੱਦਾਂ ਹੁਣ ਜੇ ਆਪਣਾ ਜਦੋਂ ਕਰੋਨਾ ਵਾਇਰਸ ਘਟੂਗੀ ਜਾਂ ਅੱਗੇ ਵਧਣ ਲਈ ਸਾਨੂੰ ਕਈ ਬਿਮਾਰੀਆਂ ਦਾ ਹੁਣ ਸਾਨੂੰ ਪਤਾ ਕਿ ਜਿਹੜੀ ਏਸ਼ੀਅਨ ਲੋਕਾਂ ਦੇ ਆ, ਜਿੱਦਾਂ ਡਾਇਬੀਟਿਸ ਦਾ ਜ਼ਿਕਰ ਕੀਤਾ ਗਿਆ ਆ ਤੇ ਹੋਰ ਓਬੀਸਿਟੀ ਦਾ ਵੀ ਕੀਤਾ ਗਿਆ। ਸਾਡੇ ਖਾਣ ਪੀਣ ਦੇ ਵਿੱਚ ਜਦੋਂ ਇਹ ਇੱਕ ਸਾਡੇ ਲਈ ਇੱਕ ਚੇਤਾਵਨੀ ਬਣ ਗਈ ਆ ਕਿ ਅੱਗੇ ਵਧਣ ਲਈ ਸਾਨੂੰ ਆਪਣੀ ਜਿਹੜੀ ਹੈਲਥ ਆ, ਭਾਜੀ ਹੁਣੇ ਹੁਣ ਦੱਸਿਆ ਕਿ ਜਿਹੜਾ ਸਾਨੂੰ ਘਰ ਦੇ ਵਿੱਚ ਰਹਿਣ ਦੇ ਨਾਲ ਅਸੀਂ ਘਰ ਦੇ ਵਿੱਚ ਰਹਿ ਕੇ ਵੀ ਅਸੀਂ ਕੀਪ ਫਿਟ ਰਹਿ ਸਕਦੇ ਹਾਂ। ਗਾਰਡਨ ਦੇ ਵਿੱਚ ਐਕਸਰਸਾਈਜ਼ ਕਰ ਸਕਦੇ ਹਾਂ, ਘਰਾਂ ਦੇ ਵਿੱਚ ਐਕਸਰਸਾਈਜ਼, ਹੋਰ ਕਈ ਕਿਸਮ ਦੇ। ਅੱਗੇ ਵਧਣ ਲਈ ਵੀ ਇਹਦਾ ਸਾਨੂੰ ਕਾਫੀ ਫਾਇਦਾ ਆ ਕਿ ਸਾਡੀ ਸਿਹਤ ਦਾ ਅਸੀਂ ਕਾਫੀ ਪਰਹੇਜ਼ ਰੱਖ ਸਕਦੇ ਹਾਂ ਅੱਗੇ ਵਧਣ ਲਈ। ਜੀ ਬਿਲਕੁਲ। ਸੋ ਮੈਂ ਆਪਣੇ ਦੋਨੇ ਵੀਰਾਂ ਨਾਲ ਪੂਰੀ ਸਹਿਮਤੀ ਰੱਖਦਾ ਹਾਂ ਕਿ ਸਾਡੇ ਕਮਿਊਨਿਟੀਜ਼, ਕੋਈ ਵੀ ਕਮਿਊਨਿਟੀ ਲੈ ਲਓ, ਇਹ ਲੋਕਡਾਊਨ ਦਾ ਕਰਕੇ ਸਿਹਤ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਗਈ ਹੈ। ਅਗਰ ਅਸੀਂ ਦੇਖੀਏ ਸਾਡੇ ਕੰਮ ਕਰਨ ਦੇ ਦੌਰਾਨ ਅਸੀਂ ਦੇਖ ਰਹੇ ਹਾਂ ਵੀ ਸਾਡੇ ਮਰੀਜ਼ ਜੋ ਹਨ ਸਾਨੂੰ ਬਹੁਤ
ਘੱਟ ਗਿਣਤੀ ਦੇ ਵਿੱਚ ਅਪਰੋਚ ਕਰ ਰਹੇ ਹਨ, ਖਾਸ ਕਰਕੇ ਸੀਰੀਅਸ ਬਿਮਾਰੀਆਂ ਨੂੰ ਲੈ ਕੇ। ਸੋ ਪਹਿਲਾਂ ਤੇ ਆਈ ਥਿੰਕ ਲੋਕਡਾਊਨ ਦਾ ਕਰਕੇ ਕਾਫੀ ਡਰ ਪੈਦਾ ਵੀ ਹੋਇਆ ਕਿ ਸ਼ਾਇਦ ਮੈਨੂੰ ਸਰਜਰੀ ਜਾ ਕੇ ਕਿਤੇ ਮੈਨੂੰ ਕਰੋਨਾ ਵਾਇਰਸ ਹੀ ਨਾ ਹੋ ਜਾਏ, ਮੈਂ ਦੂਰ ਰਵਾਂ। ਸ਼ਾਇਦ ਅਸੀਂ ਐਜ਼ ਡਾਕਟਰਸ ਵੀ ਇਸ ਚੀਜ਼ ਨੂੰ ਥੋੜ੍ਹਾ ਜਿਹਾ ਜ਼ਿਆਦਾ ਪ੍ਰੋਪਗੇਟ ਕੀਤਾ ਹੈ ਕਿ ਹਰ ਸਰਜਰੀ ਨੂੰ ਹੁਣ ਤੁਸੀਂ ਸਿਰਫ ਫੋਨ ਕਰਕੇ ਪਹਿਲਾਂ ਅਪੁਆਇੰਟਮੈਂਟ ਬਣਾ ਕੇ ਹੀ ਜਾ ਸਕਦੇ ਹੋ, ਸਿੱਧਾ ਜਾ ਕੇ ਅੰਦਰ ਤੁਰ ਕੇ ਆਪਣਾ ਕੰਮ ਨਹੀਂ ਨਿਪਟਾ ਸਕਦੇ। ਸੋ ਇਹਦਾ ਕਰਕੇ ਕਾਫੀ ਡਰ ਵੀ ਪੈਦਾ ਹੋਇਆ ਲੋਕਾਂ ਦੇ ਵਿੱਚ, ਜੋ ਕਿ ਹੁਣ ਸਾਨੂੰ ਦੇਖਣ ਨੂੰ ਆ ਰਿਹਾ ਹੈ, ਵੈਦਰ ਉਹ ਜੀਪੀ ਸਰਜਰੀ ਯੂਜ਼ ਕਰਦੇ ਨੇ ਜਾਂ ਹਸਪੀਟਲਸ ਯੂਜ਼ ਕਰਦੇ ਨੇ। ਹਜੇ ਪਿੱਛੇ ਜਿਹੀ ਮੇਰੇ ਵੀਰ ਦਿਲਸ਼ੇਰ ਸਿੰਘ ਨਾਲ ਹੋਰ ਗੱਲ ਹੋ ਰਹੀ ਸੀ, ਇਹ ਚੈਸਟ ਪੇਨ ਦੇ ਮਰੀਜ਼ ਜੋ ਕਿ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਇਹਨਾਂ ਨੂੰ ਇਹ ਦੱਸ ਰਹੇ ਸੀ ਵੀ ਕਾਫੀ ਜਿਸ ਤਰ੍ਹਾਂ ਘੱਟ ਤਾਦਾਦ ਦੇ ਵਿੱਚ ਚੈਸਟ ਪੇਨਸ ਜਿਹੜੀਆਂ ਨੇ ਹਸਪੀਟਲ ਆ ਰਹੀਆਂ ਨੇ। ਹੁਣ ਇਹਦਾ ਮੁੱਢਲਾ ਕਾਰਨ ਇਹ ਨਹੀਂ ਹੈ ਵੀ ਹੁਣ ਸਡਨਲੀ ਹਾਰਟ ਅਟੈਕ ਹੋਣੇ ਬੰਦ ਹੋ ਗਏ ਨੇ ਜਾਂ ਘਟ ਗਏ ਨੇ। ਲੋਕਾਂ ਦੇ ਵਿੱਚ ਅਨਫੋਰਚੂਨੇਟਲੀ ਇੰਨਾ ਡਰ ਪੈਦਾ ਹੋਇਆ ਹੈ ਕਿ ਭਾਵੇਂ ਉਹਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ, ਬਟ ਉਹਦਾ ਸਹੀ ਇਲਾਜ ਜਾਂ ਜਾਂਚ ਪੜਤਾਲ ਨਹੀਂ ਕਰਾ ਰਹੇ। ਸੋ ਬਹੁਤ ਡਾਕਟਰ ਸਾਹਿਬ ਜ਼ਰੂਰੀ ਕਿੰਨਾ ਹੈ ਕਿ ਜ਼ਰੂਰੀ ਆ ਸੌਰੀ, ਪਰ ਆ ਜਿਹੜਾ ਹੁਣ ਤੁਸੀਂ ਦੱਸ ਕੇ ਹਟੇ ਆ, ਕਈਆਂ ਨੂੰ ਜਿਹੜੀ ਚੈਸਟ ਪੇਨ ਹੁੰਦੀ ਆ, ਹੋ ਸਕਦਾ ਉਹਨਾਂ ਨੂੰ ਹਾਰਟ ਅਟੈਕ ਹੁੰਦਾ ਹੋਵੇ, ਪਰ ਕਿੰਨਾ ਜ਼ਰੂਰੀ ਆ ਕਿ ਫਿਰ ਵੀ ਤੁਸੀਂ ਆਪਣੇ ਡਾਕਟਰ ਨੂੰ ਮਿਲੋ, ਜਾ ਕੇ ਫੋਨ ਕਰੋ, ਜਾ ਕੇ ਹਸਪੀਟਲ, ਕਿੰਨਾ ਜ਼ਰੂਰੀ ਹੈ ਚੈੱਕ ਕਰਾਉਣਾ। ਇਹ ਤਾਂ ਅਤੀ ਜ਼ਰੂਰੀ ਹੈ, ਮੈਂ ਤਾਂ ਸਮਝਦਾ। ਹਾਂਜੀ, ਉਹ ਜ਼ਰੂਰੀ ਉਹ ਇਹ ਹੈ ਜੀ ਕਿ ਆਪਾਂ ਧਿਆਨ ਰੱਖੀਏ ਕਿਹੜੇ ਲੱਛਣ ਨੇ ਜਿਹਦੇ ਕਾਰਨ ਆਪਾਂ ਹੈਲਥ ਕੇਅਰ ਜਾਂ ਆਪਣੇ ਜੀਪੀ ਨੂੰ ਕੰਟੈਕਟ ਕਰਨੇ। ਸੋ ਜਿਹੜੀ ਛਾਤੀ ਦੀ ਦਰਦ ਹੈ ਨਾ ਜੀ, ਇਹ ਦੋ ਤਰ੍ਹਾਂ ਦੀ ਦਰਦ ਹੈ ਜਿਹਦੇ ਕਾਰਨ ਆਪਾਂ ਨੂੰ ਚਿੰਤਾਜਨਕ ਗੱਲ ਹੋ ਜਾਂਦੀ ਹੈ। ਪਹਿਲੀ ਜਿਹਨੂੰ ਆਪਾਂ ਕਹਿੰਦੇ ਜੀ ਸਟੇਬਲ ਐਂਜਾਈਨਾ, ਹਾਂਜੀ, ਜਿਹਦਾ ਮਤਲਬ ਜਿਹਨੂੰ ਹੁੰਦਾ ਐਗਜ਼ਰਸ਼ਨ ਐਂਜਾਈਨਾ। ਉਹਦੇ 'ਚ ਕੀ ਹੁੰਦਾ ਜੀ, ਛਾਤੀ ਦੇ ਅੰਦਰ ਤੁਹਾਡੇ ਬਿਲਕੁਲ ਵਿਚਕਾਰ 'ਚ ਦਰਦ ਹੁੰਦੀ ਹੈ, ਸਾਹ ਲੈਣ 'ਚ ਤਕਲੀਫ ਹੁੰਦੀ ਹੈ ਜਾਂ ਪਸੀਨਾ ਆਉਂਦਾ ਨਾਲ। ਤੇ ਇਹ ਜਿਹੜੀ ਦਰਦ ਹੈ ਜੀ, ਜਾਂ ਤੁਹਾਡੀ ਖੱਬੀ ਬਾਂਹ ਵੱਲ ਜਾਂਦੀ ਹੈ, ਖੱਬੇ ਮੋਢੇ ਵੱਲ ਜਾਂਦੀ ਹੈ, ਜਾਂ ਗਰਦਨ ਵੱਲ ਜਾਂਦੀ ਹੈ, ਜਾਂ ਜਬੜੇ ਵੱਲ ਜਾਂਦੀ ਹੈ। ਜਦੋਂ ਆਪਾਂ ਤੁਰਦੇ ਹਾਂ ਇਹ ਦਰਦ ਵੱਧ ਜਾਂਦੀ ਹੈ, ਤੇ ਜਦੋਂ ਆਪਾਂ GTN ਸਪਰੇ ਲੈਂਦੇ ਹਾਂ ਦਰਦ ਘਟ ਜਾਂਦੀ ਹੈ। ਜੇ ਇੱਦਾਂ ਦੀ ਦਰਦ ਹੋ ਰਹੀ ਹੈ ਆਪਣੇ ਭੈਣ ਭਰਾ ਨੂੰ, ਇਹਨੂੰ ਆਪਾਂ ਐਂਜਾਈਨਾ ਦੀ ਦਰਦ ਕਹਿੰਦੇ ਹਾਂ। ਤੁਸੀਂ ਇਮੀਡੀਏਟਲੀ ਫੋਨ ਚੱਕੋ ਤੇ ਆਪਣੇ GP ਨਾਲ ਸੰਪਰਕ ਕਰੋ ਤਾਂ ਕਿ ਉਹ ਤੁਹਾਨੂੰ ਦਵਾਈ ਦੇਣ ਤੇ ਇਹ ਕੰਟਰੋਲ ਹੋ ਜਾਏ। ਜਿਹੜੀ ਦੂਜੀ ਛਾਤੀ ਦੀ ਦਰਦ ਹੈ, ਜਿਹੜੀ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਉਹਨੂੰ ਅਸੀਂ ਕਹਿੰਦੇ ਜੀ ਅਨਸਟੇਬਲ ਐਂਜਾਈਨਾ। ਉਹਦੇ 'ਚ ਕੀ ਹੁੰਦਾ ਹੈ ਕਿ ਜਦੋਂ ਦਰਦ ਬਿਲਕੁਲ ਇੱਦਾਂ ਦੀ ਸੇਮ ਹੁੰਦੀ ਹੈ ਜਿੱਦਾਂ ਜਿਹੜੀ ਮੈਂ ਹੁਣੇ ਤੁਹਾਨੂੰ ਸਮਝਾਈ। ਉਹਦੇ 'ਚ ਵੀ ਛਾਤੀ ਦੇ ਵਿਚਕਾਰ ਦਰਦ ਹੋਏਗੀ, ਪਰ ਇਹ ਦਰਦ ਕਾਫੀ ਤੇਜ਼ ਹੋਏਗੀ, ਨਾਲ ਪਸੀਨਾ ਆਏਗਾ, ਸਾਹ ਲੈਣ 'ਚ ਤਕਲੀਫ ਹੋਏਗੀ, ਘੁਟਨ ਮਹਿਸੂਸ ਹੋਏਗੀ। ਤੇ ਇਹ ਜਿਹੜੀ ਦਰਦ ਹੈ ਨਾ ਬੈਠਣ ਤੇ ਘਟੇਗੀ ਤੇ ਨਾ ਚੱਲਣ ਤੇ ਘਟੇਗੀ। ਇਹ ਦਰਦ ਵੱਧਦੀ ਜਾਏਗੀ ਤੇ ਇਹ ਮਿੰਟਾਂ ਦੇ ਅੰਦਰ ਹੀ, ਸਕਿੰਟਾਂ ਦੇ ਅੰਦਰ ਵੱਧਣੀ ਸ਼ੁਰੂ ਹੋ ਜਾਂਦੀ ਹੈ। ਜੇ ਉਹ ਦਰਦ ਵੱਧ ਰਹੀ ਹੈ, ਜਿਨ੍ਹਾਂ ਕੋਲ GTN ਸਪਰੇ ਹੈਗਾ ਉਹ ਯੂਜ਼ ਕਰਦੇ, ਉਹਦੇ ਨਾਲ ਵੀ ਫਰਕ ਨਹੀਂ ਪੈ ਰਿਹਾ, ਜਾਂ ਵੈਸੇ ਵੀ ਇਹ ਦਰਦ ਬਹੁਤ ਜ਼ਿਆਦਾ ਵੱਧ ਰਹੀ ਹੈ, ਸਾਹ ਲੈਣ 'ਚ ਤਕਲੀਫ ਹੋ ਰਹੀ ਹੈ, ਇਮੀਡੀਏਟਲੀ ਜੀ ਫਿਰ ਆਪਾਂ ਫੋਨ ਚੱਕ ਕੇ 999 ਨਾਲ ਸੰਪਰਕ ਕਰਨਾ ਹੈ ਤੇ ਫਿਰ ਆਪਾਂ ਇਮੀਡੀਏਟਲੀ ਆਪਣਾ ਚੈੱਕਅਪ ਕਰਾਉਣਾ ਹੈ। ਇਹ ਬਹੁਤ ਜ਼ਰੂਰੀ ਹੈ ਜੀ ਕਿ ਆਪਾਂ ਆਪਣੇ ਜਿਹੜੇ ਦਿਲ ਦੀ ਬਿਮਾਰੀ ਦੇ ਲੱਛਣ ਸਮਝੀਏ। ਤੇ ਜੇ ਪਹਿਲੀ ਵਾਰੀ ਦਰਦ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਸਟੇਬਲ ਐਂਜਾਈਨਾ, ਤੇ GP ਨੂੰ ਕੰਟੈਕਟ ਕੀਤਾ ਜਾਏ। ਜਿਹੜੀ ਦੂਸਰੀ ਵਾਰੀ ਦਰਦ ਹੈ ਅਨਸਟੇਬਲ ਐਂਜਾਈਨਾ, ਜਿਹੜੀ ਬਿਲਕੁਲ ਕਲਾਸੀਕਲ ਹਾਰਟ ਅਟੈਕ ਦੀ ਦਰਦ ਹੈ, ਫਿਰ ਤੁਸੀਂ ਐਂਬੂਲੈਂਸ ਨੂੰ ਕੰਟੈਕਟ ਕਰੋ 999 ਦੇ ਨਾਲ। ਕਿਉਂਕਿ ਗੱਲ ਕੀ ਹੋ ਰਹੀ ਹੈ ਜੀ, ਜਿੱਦਾਂ ਮੇਰੇ ਵੀਰ ਦੱਸ ਰਹੇ ਨਾ ਸੁਖਪਾਲ ਨਹੀਂ, ਕਿ ਕਰੋਨਾ ਦੇ ਕਾਰਨ ਆਪਾਂ ਘਰ ਤਾਂ ਜ਼ਰੂਰ ਰਹਿਣਾ ਹੈ। ਇਹ ਤਾਂ ਮੈਂ ਸਮਝਦਾ ਕਿ ਜਿਹੜੇ ਆਪਣੇ ਭੈਣ ਭਰਾਵਾਂ ਨੂੰ ਦਿਲ ਦੀ ਬਿਮਾਰੀ ਜਾਂ ਡਾਇਬਟੀਜ਼ ਹੈ, ਸ਼ੂਗਰ ਦੀ ਬਿਮਾਰੀ ਹੈ, ਆਪਾਂ ਘਰਾਂ 'ਚ ਰਹਿਣਾ ਹੈ। ਪਰ ਜਦੋਂ ਸਾਨੂੰ ਲੱਛਣ ਹੋ ਰਹੇ ਹੈ, ਜਿਹੜੇ ਲੱਛਣ ਜ਼ਰੂਰੀ ਨੇ, ਉਹਨਾਂ ਨੂੰ ਉਹਦੇ ਵਾਸਤੇ ਆਪਾਂ ਸੰਪਰਕ ਜ਼ਰੂਰ ਕਰਨਾ ਹੈਗਾ ਆਪਣੇ ਹੈਲਥ ਕੇਅਰ ਨਾਲ। ਤਾਂ ਕਿ ਫਿਰ ਜਦੋਂ ਆਪਾਂ ਸੰਪਰਕ ਕਰਨਾ, ਉਸ ਤੋਂ ਬਾਅਦ ਜੋ ਸਾਨੂੰ ਸਲਾਹ ਮਿਲਦੀ ਹੈ ਉਹ 'ਤੇ ਅਮਲ ਵੀ ਕਰਨਾ ਹੈ ਨਾ ਜੀ। ਆਪਾਂ ਇਹਨੂੰ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਬਿਮਾਰੀ ਤਾਂ ਹੈਗੀ ਹੈ, ਮੈਂ ਮੰਨ ਰਿਹਾ, ਪਰ ਬਾਕੀ ਚੀਜ਼ਾਂ ਬੰਦ ਨਹੀਂ ਨਾ ਹੋਈਆਂ ਜੀ। ਨਾ ਹਾਰਟ ਅਟੈਕ ਬੰਦ ਹੋਏ ਹੈ, ਨਾ ਲੋਕਾਂ ਨੂੰ ਸਟ੍ਰੋਕ ਹੋਣੀ ਬੰਦ ਹੋ ਰਹੀ ਹੈ, ਨਾ ਸਿੰਕ ਵੀ। ਹੁਣ ਮੇਰੀ ਸਰਵਿਸ ਦੇ ਅੰਦਰ ਜੀ ਅਸੀਂ ਅਸੀਂ ਨਾ ਕਮਿਊਨਿਟੀ ਕਾਰਡੀਓਲੋਜੀ ਸਰਵਿਸ ਮੈਂ ਰਨ ਕਰਦਾ ਜੀ ਬਰਮਿੰਘਮ, ਤੇ ਅਸੀਂ ਮਹੀਨੇ ਦੇ ਅੰਦਰ 600-700 ਮਰੀਜ਼ ਦੇਖ ਰਹੇ ਹਾਂ।
ਜਦੋਂ ਕਰੋਨਾ ਵਾਇਰਸ ਵੀ ਚੱਲ ਰਿਹਾ ਸੀ ਅਸੀਂ ਮਰੀਜ਼ ਦੇਖਣੇ ਬੰਦ ਨਹੀਂ ਕੀਤੇ, ਕਿਉਂਕਿ ਚੱਕਰ ਇਹ ਸੀਗਾ ਜੀ ਕਿ ਜੇ ਆਪਾਂ ਦਿਲ ਦੇ ਮਰੀਜ਼ ਦੇਖਣੇ ਬੰਦ ਕਰ ਦਾਂਗੇ ਕਮਿਊਨਿਟੀ 'ਚ, ਤੇ ਇਹ ਖਤਰਾ ਸੀਗਾ ਕਿ ਉਹ ਕਿਤੇ A&E ਦੇ ਅੰਦਰ ਪਹੁੰਚ ਗਏ ਤੇ ਉੱਥੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਖਤਰਾ ਹੋ ਸਕਦਾ ਸੀ ਕਰੋਨਾ ਵਾਇਰਸ ਤੋਂ। ਪਰ ਅਸੀਂ ਪਿਛਲੇ 6 ਹਫ਼ਤਿਆਂ 'ਚ ਇਹ ਨੋਟਿਸ ਕੀਤਾ ਜੀ, ਜਦੋਂ ਅਸੀਂ ਮਰੀਜ਼ਾਂ ਨੂੰ ਸੰਪਰਕ ਕਰ ਰਹੇ ਹਾਂ ਜਾਂ ਕਮਿਊਨਿਟੀ 'ਚ ਦੇਖ ਰਹੇ ਹਾਂ, ਕਈ ਮਰੀਜ਼ਾਂ ਨੂੰ ਆਪਣੇ ਹਾਰਟ ਅਟੈਕ ਹੋ ਰਹੇ, ਉਹ ਇਸ ਡਰ ਦੇ ਮਾਰੇ ਕਿ ਉਹ ਹਸਪੀਟਲ ਜਾਵਾਂਗੇ ਤੇ ਸਾਨੂੰ ਕਿਤੇ ਕਰੋਨਾ ਵਾਇਰਸ ਨਾ ਹੋ ਜੇ, ਉਹ ਵਿਚਾਰੇ ਘਰ ਹੀ ਬੈਠੇ ਰਹਿ ਗਏ। ਹਾਂਜੀ, ਉਸ ਕਰਕੇ ਉਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਹੁਣ ਉਹਨਾਂ ਦੀ ਦਿਲ ਕਮਜ਼ੋਰ ਹੋ ਗਿਆ, ਜੋ ਕਿ ਹੋਰ ਜ਼ਿਆਦਾ ਚਿੰਤਾਜਨਕ ਗੱਲ ਹੋ ਗਈ ਨਾ ਜੀ। ਜੇ ਉਹ ਰਾਈਟ ਟਾਈਮ ਤੇ ਕੰਟੈਕਟ ਕਰ ਲੈਂਦੇ ਤੇ ਬਚਾਅ ਹੋ ਜਾਣਾ ਸੀ। ਸਾਡੇ ਕਈ ਮਰੀਜ਼ ਇੱਦਾਂ ਦੇ ਨੇ ਜੀ ਜਿਨ੍ਹਾਂ ਨੂੰ ਹੁਣ ਸਟ੍ਰੋਕ ਹੋ ਗਈ ਹੈ ਘਰ ਬੈਠੇ, ਉਹ ਡਰ ਦੇ ਮਾਰੇ ਉਹਨਾਂ ਨੇ ਸੰਪਰਕ ਹੀ ਨਹੀਂ ਕੀਤਾ ਤੇ ਉਹਨਾਂ ਦੇ ਹੁਣ ਸਟ੍ਰੋਕ ਹੋ ਗਈ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਜੇ ਲੱਛਣ ਹੋ ਰਹੇ ਜ਼ਰੂਰ ਕੋਸ਼ਿਸ਼ ਕਰੀਏ ਤੇ ਆਪਾਂ ਸੰਪਰਕ ਕਰੀਏ, ਜੀਪੀ ਕੋਲੋਂ ਸਲਾਹ ਲਈਏ। ਜੀਪੀ ਤੁਹਾਡੇ ਸਾਰੇ ਜੀਪੀ ਇਸੀ ਵਾਸਤੇ ਤੁਹਾਡੇ ਵਾਸਤੇ ਬੈਠੇ ਨੇ ਕਿ ਉਹ ਤੁਹਾਨੂੰ ਹੈਲਪ ਕਰ ਸਕਣ, ਹੈ ਨਾ ਜੀ। ਮਦਦ ਆਪਾਂ ਜ਼ਰੂਰ ਲੈਣੀ ਹੈ ਜਦੋਂ ਲੋੜ ਹੈ, ਇਹ ਬੇਨਤੀ ਹੈ। ਵੈਸੇ ਦੂਸਰੀ ਗੱਲ ਇੱਕ ਇਹ ਕਰਨੀ ਜ਼ਰੂਰੀ ਹੈ ਕਿ ਇੱਕ ਹੋਰ ਜਿਹੜੀ ਕਰੋਨਾ ਵਾਇਰਸ ਦੀ ਇੱਕ ਡੈਡੀਕੇਟਿਡ ਲਾਈਨ ਵੀ ਹੈ, ਔਰ ਉਹ ਜਿਹੜੀ NHS ਪ੍ਰੋਵਾਈਡ ਕਰ ਰਹੀ ਹੈ ਕਰੋਨਾ ਵਾਇਰਸ ਵਾਸਤੇ ਸਪੈਸ਼ਲ ਲਾਈਨ। ਉਹ ਹਮੇਸ਼ਾ ਅਗਰ ਤੁਹਾਨੂੰ 3 ਖਾਸ ਲੱਛਣ ਹੈਗੇ ਆ, ਇੱਕ ਕਿ ਜਿਹੜੀ ਲਗਾਤਾਰ ਖਾਂਸੀ ਦਾ ਆਉਣਾ, ਜਿਹੜੀ ਖਾਂਸੀ ਬਹੁਤ ਜ਼ਿਆਦਾ ਬਾਰ-ਬਾਰ ਆਉਂਦੀ ਹੈ ਔਰ ਰੁਕਦੀ ਨਹੀਂ ਹੈ, ਸੁੱਕੀ ਖਾਂਸੀ। ਦੂਸਰਾ ਜਿਹੜਾ ਫੀਵਰ ਦਾ ਹੋਣਾ ਔਰ ਸਾਹ ਦਾ ਚੜ੍ਹਨਾ। ਅਗਰ ਇਹ ਲੱਛਣ 3 ਆ ਰਹੇ ਨੇ ਤਾਂ ਫਿਰ ਹੋ ਸਕਦਾ ਹੈ ਕਿ ਕਰੋਨਾ ਵਾਇਰਸ ਹੈ। ਉਹਦੇ ਵਾਸਤੇ NHS ਨੇ ਡੈਡੀਕੇਟਿਡ ਕਰੋਨਾ ਵਾਇਰਸ ਟੈਸਟਿੰਗ ਹੋਏਗੀ ਔਰ ਉਸ ਨੂੰ ਪੂਰੀ ਇਲਾਜ ਕੀਤਾ ਜਾਏਗਾ। ਉਹਦੇ ਲਈ ਤੁਸੀਂ GP ਜਾਂ A&E ਨਾ ਜਾਓ, 111 ਨੂੰ ਕੰਟੈਕਟ ਕਰੋ। ਫਿਰ 111 ਤੁਹਾਨੂੰ ਜਿਹੜਾ ਫੋਨ ਦੇ ਉੱਤੇ ਡਾਇਰੈਕਟ ਕਰਨਗੇ ਕਿ ਕਿੱਧਰ ਜਾਣਾ ਹੈ। ਉਹਦੇ ਲਈ ਸਪੈਸ਼ਲ ਇਕਵਿਪਮੈਂਟ ਜਿਹੜੇ ਪਾ ਕੇ ਉੱਥੇ ਡਾਕਟਰ ਬੈਠੇ ਹੁੰਦੇ ਹਨ ਤਾਂ ਕਿ ਕਰੋਨਾ ਵਾਇਰਸ ਅੱਗੇ ਨਾ ਫੈਲੇ। ਤੋ ਇਸ ਡੈਡੀਕੇਟਿਡ ਲਾਈਨ, ਯਾਨੀ ਕਿ ਅਗਰ ਇਹ ਤੁਹਾਨੂੰ 3 ਲੱਛਣ ਹਨ ਜਾਂ ਤੁਹਾਨੂੰ ਲੱਗਦਾ ਕਿ ਕਰੋਨਾ ਵਾਇਰਸ ਹੈ, ਪਹਿਲੀ ਗੱਲ ਤਾਂ ਇਹ ਕਿ ਆਪਣੇ ਆਪ ਨੂੰ ਜਿਹੜਾ ਅਗਰ ਉਹਨਾਂ 'ਚ ਕੁਝ ਵੀ ਲੱਛਣ ਆ ਰਹੇ ਹੈ ਤਾਂ ਬਹੁਤ ਜ਼ਿਆਦਾ ਸਾਹ ਨਹੀਂ ਚੜ੍ਹ ਰਿਹਾ ਤਾਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰੋ। ਲੇਕਿਨ ਅਗਰ ਤੁਹਾਨੂੰ ਲੱਗ ਰਿਹਾ ਕਿ ਟੈਸਟਿੰਗ ਕਰਾਉਣੀ ਹੈ ਔਰ ਇਹ ਨਹੀਂ ਠੀਕ ਹੋ ਰਿਹਾ, ਤਾਂ 111 ਕਾਲ ਕਰਕੇ ਉਹ ਫਿਰ ਤੁਹਾਡੀ ਟੈਸਟਿੰਗ ਕਰ ਸਕਦੇ ਆ ਔਰ ਤੁਹਾਨੂੰ ਉਹ ਸਹੀ ਜਿਹੜੀ ਕਲੀਨਿਕ ਉੱਥੇ ਭੇਜ ਸਕਦੇ ਆ ਜਿੱਥੇ ਕਿ ਇਲਾਜ ਉਹਦਾ ਟੈਸਟਿੰਗ ਤੋਂ ਬਾਅਦ ਉਸ ਹਿਸਾਬ ਨਾਲ ਹੋਏਗਾ। ਪਰ ਅਗੇਨ ਉਹ ਗੱਲ ਆ ਜਾਂਦੀ ਹੈ ਕਿ ਅਗਰ ਤੁਹਾਨੂੰ ਬਹੁਤ ਜ਼ਿਆਦਾ ਸਾਹ ਚੜ੍ਹ ਗਿਆ ਇੱਕਦਮ, ਕਿ ਸਾਹ ਜਿਹੜਾ ਉਹ ਇੱਥੋਂ ਤੱਕ ਹੋ ਗਿਆ ਕਿ ਗੱਲ ਨਹੀਂ ਹੋ ਰਹੀ, ਕਿ ਪੂਰੇ ਲਫ਼ਜ਼ ਬਾਹਰ ਨਹੀਂ ਆ ਰਹੇ, ਅਗਰ ਇੱਥੇ ਤੱਕ ਗੱਲ ਪਹੁੰਚ ਗਈ ਹੈ ਤਾਂ ਫਿਰ ਉਸ ਟਾਈਮ ਦੇ ਉੱਤੇ ਅਗੇਨ 999 ਕਾਲ ਕਰਨਾ ਜ਼ਰੂਰੀ ਹੈ। ਲੇਕਿਨ ਅਗਰ ਜਿਹੜੀ ਇਹ ਖਾਂਸੀ ਬਾਰ-ਬਾਰ ਆ ਰਹੀ ਹੈ, ਹਾਈ ਫੀਵਰ ਹੈਗਾ ਔਰ ਤੁਹਾਨੂੰ ਚੱਲਣ ਲੱਗਿਆਂ ਅੱਗੇ ਨਾਲੋਂ ਜ਼ਿਆਦਾ ਸਾਹ ਚੜ੍ਹਦਾ, ਤਾਂ ਹੋ ਸਕਦਾ ਕਿ ਕਰੋਨਾ ਵਾਇਰਸ ਹੈ। ਇਹਦੀ ਟੈਸਟਿੰਗ ਹੁਣ ਅਵੇਲੇਬਲ ਹੈ। ਹੁਣ ਗਵਰਨਮੈਂਟ ਨੇ, NHS ਨੇ ਜਿਹੜੀ ਟੈਸਟਿੰਗ ਹਰ ਜਗ੍ਹਾ 'ਤੇ ਪ੍ਰੋਵਾਈਡ ਕੀਤੀ ਹੈ। ਸੋ ਪਲੀਜ਼ 111 ਕਾਲ ਕਰੋ ਔਰ ਉਹ ਤੁਹਾਨੂੰ ਸਹੀ ਜਗ੍ਹਾ ਦੇ ਉੱਤੇ ਟੈਸਟਿੰਗ ਵਾਸਤੇ ਭੇਜਣਗੇ ਅਤੇ ਇਹਦਾ ਇਲਾਜ ਹੋਵੇਗਾ। ਸੁਸਾਦ ਸਿੰਘ ਜੀ, ਮੈਂ ਆਪਣੇ ਤਿਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੇਰੇ ਖਿਆਲ ਇਹਨਾਂ ਨੇ ਕਾਫੀ ਵਧੀਆ, ਚੰਗੇ ਔਰ ਸੁਚੱਜੇ ਢੰਗ ਦੇ ਨਾਲ ਤੁਹਾਨੂੰ ਦੱਸ ਦਿੱਤਾ ਕਿ ਕਰੋਨਾ ਵਾਇਰਸ ਦੇ ਕੀ ਲੱਛਣ ਆ ਅਤੇ ਹੋਰ ਬਿਮਾਰੀਆਂ ਦਾ, ਜਿੱਦਾਂ ਇਹਨਾਂ ਨੇ ਕਾਫੀ ਵਿਸਥਾਰ ਨਾਲ ਦੱਸਿਆ ਕਿ ਖਾਸ ਕਰਕੇ ਚੈਸਟ ਪੇਨ ਦਾ ਅਤੇ ਹਾਰਟ ਅਟੈਕ ਦਾ ਜੋ ਡਰ ਆ ਅਤੇ ਜੋ ਹੋ ਸਕਦਾ ਹੈ, ਤੇ ਇਹਦੇ ਵਾਸਤੇ ਵੀ ਇਹਨਾਂ ਨੇ ਕਾਫੀ ਵਿਸਥਾਰ ਨਾਲ ਦੱਸ ਦਿੱਤਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ। ਅਤੇ ਇਹ ਜਿਹੜਾ ਮਨਾਂ ਦੇ ਵਿੱਚ ਸਾਡੇ ਦਰਦ ਪੈਦਾ ਹੋ ਰਿਹਾ ਕਿ ਇਹਨੂੰ ਜ਼ਰੂਰ ਆਪਾਂ ਇਹ ਤੋਂ ਬਚੀਏ ਅਤੇ ਉਸੇ ਵੇਲੇ ਜਿੱਦਾਂ ਡਾਕਟਰ ਸਾਹਿਬ ਨੇ ਹੁਣ ਦੱਸਿਆ ਹੈ ਕਿ NHS ਦੀ ਕਰੋਨਾ ਵਾਇਰਸ ਦੀ ਹੈਲਪਲਾਈਨ ਨੂੰ ਟੈਲੀਫੋਨ ਕਰੋ ਜਾਂ ਆਪਣੇ GP ਨਾਲ ਕੰਟੈਕਟ ਕਰੋ ਜਾਂ ਸਿੱਧਾ ਹੀ 999 ਫੋਨ ਕਰਕੇ ਆਪਣੇ ਉੱਥੇ ਤੁਸੀਂ ਹਸਪੀਟਲ ਦਾਖਲ ਹੋ। ਡਾਕਟਰ ਸੁਖਪਾਲ ਸਿੰਘ ਜੀ, ਤੁਸੀਂ ਹੁਣ ਆਪਾਂ ਚੈਸਟ ਪੇਨ ਦੀ ਗੱਲ ਕੀਤੀ, ਹੋਰ ਕਿੰਨੀਆਂ ਬਿਮਾਰੀਆਂ ਜਿਹਦੀਆਂ ਆਲਰੇਡੀ, ਜਿੱਦਾਂ ਸਟ੍ਰੋਕ ਦਾ ਵੀ ਤੁਸੀਂ ਮੈਂਸ਼ਨ ਕੀਤਾ ਆ, ਡਾਇਬੀਟੀਜ਼ ਵੀ ਆ, ਹੋਰ ਕਈ ਬਿਮਾਰੀਆਂ ਆ, ਹੋਰ ਕੈਂਸਰ ਵੀ ਹਨ, ਤੇ ਉਹ ਕਾਫੀ ਖਬਰਾਂ ਦੇ ਵਿੱਚ ਆਦਾ ਕਿ ਇਹ ਕਾਫੀ ਘਟੀਆਂ। ਉਹਨਾਂ ਦੇ ਬਾਰੇ ਵੀ ਤੁਸੀਂ ਮਾੜਾ ਜਿਹਾ ਜ਼ਿਕਰ ਕਰੋ, ਕੀ ਬਿਮਾਰੀਆਂ ਜਿਹੜੀਆਂ ਇਸ ਵੇਲੇ, ਅੱਗੇ ਤੁਸੀਂ ਕਾਫੀ ਗਿਣਤੀ ਦੇ ਵਿੱਚ ਦੇਖਦੇ ਸਕੇ, ਤੇ ਉਹ ਇਸ ਵੇਲੇ ਹੁਣ ਘਟੀਆਂ ਦਾ ਮਤਲਬ ਇਹ ਨਹੀਂ ਕਿ ਉਹ ਬਿਮਾਰੀਆਂ ਹੈ ਨਹੀਂ, ਪਰ ਲੋਕੀ ਫੇਰ ਉਹ ਡਰ ਦੇ ਮਾਰੇ ਤੁਹਾਡੇ GP ਸਰਜੀ ਜਾਂ ਹਸਪਤਾਲ ਨਹੀਂ ਜਾ ਰਹੇ। ਜੀ,
ਥੈਂਕ ਯੂ ਵੀਰ ਜੀ। ਸੋ ਆਈ ਥਿੰਕ ਸਾਡੇ ਲਈ ਇੱਕ ਜਿਹੜੀ ਬਹੁਤ ਚਿੰਤਾਦਾਇਕ ਗੱਲ ਹੁਣ ਸ਼ੁਰੂ ਹੋ ਰਹੀ ਹੈ, ਜਿਹਦਾ ਕਿ ਅਸਰ ਹੁਣ ਨਹੀਂ ਬਲਕਿ ਸਾਨੂੰ ਅਗਲੇ ਕੁਝ ਮਹੀਨਿਆਂ ਤੇ ਕੁਝ ਸਾਲਾਂ ਦੇ ਵਿੱਚ ਜਾ ਕੇ ਪਤਾ ਲੱਗਣਾ ਹੈ। ਉਹ ਇਹ ਹੈ ਕਿ ਜਿਹੜੇ ਲੋਕ ਕੈਂਸਰ ਦੇ ਸਿੰਪਟਮਸ ਲੈ ਕੇ ਸਾਹਮਣੇ ਨਹੀਂ ਆ ਰਹੇ। ਸੋ ਸਾਡੀ ਡੇਲੀ ਬਰੀਫਿੰਗ ਹੁੰਦੀ ਹੈ NHS ਦੇ ਨਾਲ। ਸਾਨੂੰ ਰੋਜ਼ ਪਤਾ ਲੱਗਦਾ ਹੈ ਵੀ ਅੱਜ ਜੀ ਬੈੱਡ ਦੀ ਹਸਪੀਟਲ 'ਚ ਇੰਨੀ ਕਪੈਸਿਟੀ ਹੈਗੀ ਹੈ, ਅੱਜ ਸਾਡੇ ਕੋਲ ਇੰਨੇ ਰਿਫਰਲ ਆਏ। ਤੇ ਤੁਸੀਂ ਮੰਨੋਗੇ ਨਹੀਂ ਵੀ ਕੈਂਸਰ ਰਿਫਰਲਸ ਜਿਹੜੇ ਨੇ ਜੋ ਹੁੰਦੇ ਸੀਗੇ ਪਹਿਲਾਂ ਨਾਲੋਂ 25-20% ਦੀ ਤਾਦਾਦ ਵਿੱਚ ਹੁਣ ਹੈਗੇ ਨੇ। ਹੁਣ ਇਹਦਾ ਮਤਲਬ ਇਹ ਹੋਇਆ ਵੀ ਜੋ ਬਾਕੀ ਜਿਹੜਾ 75% ਆਫ ਪੇਸ਼ੈਂਟਸ ਜਿਨ੍ਹਾਂ ਨੂੰ ਕਿ ਪੋਟੈਂਸ਼ੀਅਲ ਕੈਂਸਰ ਸਿੰਪਟਮਸ ਹੈਗੇ ਨੇ, ਉਹ ਅਨਫੋਰਚੂਨੇਟਲੀ ਅੱਗੇ ਨਹੀਂ ਆ ਰਹੇ। ਸਾਡੀਆਂ ਭੈਣਾਂ ਮਾਵਾਂ ਜੋ ਮੇਬੀ ਉਹਨਾਂ ਨੂੰ ਸ਼ਾਇਦ ਛਾਤੀ ਦੇ ਵਿੱਚ ਕੋਈ ਗਿਲਟੀ ਹੋਵੇ, ਤੇ ਪਹਿਲਾਂ ਤੇ ਆਮ ਜਿਸ ਤਰ੍ਹਾਂ GP ਨੂੰ ਦਿਖਾ ਲੈਣਗੀਆਂ, ਜਾਂ ਕੁਛ ਗਲਤ ਤਰ੍ਹਾਂ ਦੀ ਬਲੀਡਿੰਗ ਹੋ ਰਹੀ ਹੋਵੇ, ਖੂਨ ਦੀਆਂ ਉਲਟੀਆਂ ਆ ਰਹੀਆਂ ਹੋਣ ਜਾਂ ਖਾਂਸੀ ਆ ਰਹੀ ਹੋਵੇ। ਕਈ ਵਾਰੀ ਬੰਦਾ ਸਮਝਦਾ ਵੀ ਕੋਈ ਨਹੀਂ, ਹੁਣ ਕਰੋਨਾ ਵਾਇਰਸ ਚੱਲ ਰਿਹਾ ਹੈ ਤੇ ਜਦੋਂ ਸਾਰਾ ਕੁਝ ਠੀਕ ਹੋਏਗਾ ਫਿਰ ਮੈਂ ਆਪਣੀ ਜਾਂਚ ਕਰਵਾ ਲਾਂਗਾ। ਪ੍ਰੋਬਲਮ ਕੈਂਸਰ ਦੀ ਇਹ ਹੈ ਕਿ ਜੇ ਇਹ ਪਹਿਲਾਂ ਟਾਈਮ ਸਿਰ ਫੜਿਆ ਜਾਏ ਤੇ ਇਹਦੀ ਅੱਛੀ ਟ੍ਰੀਟਮੈਂਟ ਪੋਸੀਬਲ ਹੈਗੀ ਆ। ਬਟ ਜਿੰਨੀ ਇਹਨੂੰ ਆਪਾਂ ਡਿਲੇ ਕਰਦੇ ਆ, ਜਿੰਨਾ ਲੇਟ ਕਰੀ ਜਾਂਦੇ ਆ, ਉਹ ਕੈਂਸਰ ਇੱਕ ਵਾਰੀ ਜਦੋਂ ਬਹੁਤ ਜ਼ਿਆਦਾ ਫੈਲ ਗਿਆ, ਦੈਨ ਉਹ ਜੋ ਲਾਈਫ ਐਕਸਪੈਕਟੈਂਸੀ ਹੈ ਜੋ ਕਿ ਬੰਦਾ ਆਸ ਰੱਖ ਸਕਦਾ ਹੈ ਮੈਂ ਇਸ ਉਮਰ ਤੱਕ ਜੀਊਂਗਾ, ਉਹ ਕਾਫੀ ਐਕਸੈਲਰੇਟ ਹੁੰਦੀ, ਕਾਫੀ ਘਟੀ ਜਾਂਦੀ ਹੈ ਜੀ। ਸੋ ਬਹੁਤ ਹੀ ਜ਼ਰੂਰੀ ਹੈ ਕਿ ਜੇ ਕਿਸੇ ਨੂੰ ਵੀ ਕੈਂਸਰ ਦੇ ਸਿੰਪਟਮਸ ਜੋ ਕਿ ਅਵਲ ਤੇ ਭਾਰ ਘਟਣਾ ਜੋ ਹੈ ਉਹਦਾ ਕੋਈ ਕਾਰਨ ਨਾ ਹੋਣਾ, ਆਪਣੇ ਆਪ ਦੇ ਵਿੱਚ ਹੀ ਇਹ ਇੱਕ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਦਿਸ ਇਜ਼ ਦੀ ਓਨਲੀ, ਇਹ ਸਿਰਫ ਇੱਕੋ ਹੀ ਸਿੰਪਟਮ ਹੈ, ਬਟ ਇਹ ਕਾਫੀ ਜ਼ਰੂਰੀ ਹੈ ਕਿ ਜਿਸ ਕਿਸੇ ਨੂੰ ਕੋਈ ਤੰਗੀ ਹੋ ਰਹੀ ਹੈ, ਕੋਈ ਤਕਲੀਫ ਹੋ ਰਹੀ ਹੈ, ਅਸੀਂ ਕਰੋਨਾ ਵਾਇਰਸ ਦਾ ਡਰ ਸਮਝ ਕੇ ਅੱਗੇ ਆਉਣੋਂ ਨਾ ਝਿਜਕੀਏ ਤੇ ਆਪਣੇ ਡਾਕਟਰ ਨਾਲ ਇੱਕ ਵਾਰੀ ਗੱਲ ਕਰ ਲਈਏ। ਫਿਰ ਡਾਕਟਰ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਵੀ ਅੱਗੇ ਉਸ ਚੀਜ਼ ਨੂੰ ਕਿੰਨਾ ਕੁ ਇਨਵੈਸਟੀਗੇਟ ਕਰਨਾ। ਸਾਡੀਆਂ ਕਾਫੀ ਭੈਣਾਂ ਫੋਰ ਇੰਸਟੈਂਸ ਜਿਹੜੀਆਂ ਅੰਦਰ ਨਹੀਂ ਆ ਸਕਦੀਆਂ ਸਰਜਰੀਜ਼ ਦੇ ਵਿੱਚ, ਜਿਨ੍ਹਾਂ ਨੂੰ ਸ਼ਾਇਦ ਛਾਤੀ ਦੀ ਗਿਲਟੀ ਹੋਵੇ, ਬੜੀ ਵਾਰੀ ਡਾਕਟਰਸ ਫੋਨ ਤੇ ਗੱਲ ਹੀ ਕਰਕੇ ਤੁਹਾਨੂੰ ਅੱਗੇ ਰੈਫਰ ਕਰ ਸਕਦਾ ਹੈ ਸਪੈਸ਼ਲਿਸਟ ਨੂੰ। ਈਵਨ ਕਈ ਵਾਰੀ ਤੁਹਾਨੂੰ GP ਸਰਜਰੀ ਦੇ ਵਿੱਚ ਪਹਿਲਾਂ ਆਉਣ ਦੀ ਵੀ ਲੋੜ ਨਹੀਂ ਪੈਂਦੀ। ਮੈਂ ਹਰ ਕੇਸ ਬਾਰੇ ਨਹੀਂ ਇਹ ਕਹਿ ਸਕਦਾ, ਬਿਕੋਜ਼ ਇਹ ਡਾਕਟਰ ਦਾ ਆਪਣਾ ਡਿਸੀਜਨ ਹੁੰਦਾ ਆ। ਬਟ ਮੇਨ ਗੱਲ ਇਹ ਹੈ ਕਿ ਅਸੀਂ ਜੋ ਸਾਨੂੰ ਫਿਜ਼ੀਕਲ ਤੰਗੀਆਂ ਆ ਰਹੀਆਂ ਨੇ ਜਾਂ ਈਵਨ ਮਾਨਸਿਕ ਤੰਗੀਆਂ ਆ ਰਹੀਆਂ ਨੇ, ਅਸੀਂ NHS ਦੀਆਂ ਸੇਵਾਵਾਂ ਲਈਏ ਔਰ ਸੁਰੱਖਿਅਤ ਰਹੀਏ। ਹਾਂ, ਕਿਉਂਕਿ ਬੇਸਿਕਲੀ ਇਹ ਵੀ ਮੈਂ ਇਹ 'ਚ ਐਡ ਕਰਨਾ ਚਾਹਾਂਗਾ ਕਿ ਕਿਉਂਕਿ ਜਿਸ ਤਰ੍ਹਾਂ ਡਾਕਟਰ ਸੁਖਪਾਲ ਕੌਰ ਕਹਿ ਰਹੇ ਜਾਂ ਡਾਕਟਰ ਦਿਲਸ਼ੇਰ, ਇਹਨਾਂ ਨੇ ਅਸੀਂ ਐਜ਼ ਅ ਜਨਰਲ ਪ੍ਰੈਕਟੀਸ਼ਨਰਸ ਅਸੀਂ ਇਸ ਤਰ੍ਹਾਂ ਦੇ ਮੀਨਸ ਹੁਣ ਜਿਹੜੇ ਨੇ ਆਪਣੇ ਚੇਂਜ ਕੀਤੀ ਹੈ ਪ੍ਰੈਕਟਿਸ ਡਿਊ ਟੂ ਕਰੋਨਾ ਵਾਇਰਸ। ਕਾਫੀ ਕੁਝ ਚੇਂਜ ਹੋ ਗਿਆ ਕਿ ਜੋ ਚੀਜ਼ਾਂ ਅਸੀਂ ਪਹਿਲਾਂ ਮਰੀਜ਼ ਨੂੰ ਦੇਖ ਕੇ ਕਰਦੇ ਸੀ, ਹੁਣ ਅਸੀਂ ਉਹਨਾਂ ਨੂੰ ਫੋਨ ਦੇ ਉੱਤੇ ਵੀਡੀਓ ਕੰਸਲਟੇਸ਼ਨ ਦੇ ਨਾਲ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਉਹਨਾਂ ਪੇਸ਼ੈਂਟ ਨੂੰ ਆਉਣਾ ਜ਼ਰੂਰੀ ਹੈ, ਅਗਰ ਉਹ ਝਿਜਕਦੇ ਨਹੀਂ ਆਉਣਾ ਚਾਹੁੰਦੇ ਕਰੋਨਾ ਵਾਇਰਸ ਤੋਂ ਟਰਾਂਸਮਿਸ਼ਨ ਤੋਂ, ਵਿਚ ਇਜ਼ ਫੇਅਰ ਇਨਫ ਕਿ ਉਹ ਜਿਹੜਾ ਉਸ ਨੂੰ ਟਰਾਂਸਮਿਸ਼ਨ ਨੂੰ ਘਟਾਉਣਾ ਚਾਹੁੰਦੇ ਆ। ਤਾਂ ਹੁਣ ਜਿਹੜਾ ਹੈ, ਹੁਣ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਫੋਨ ਦੇ ਉੱਤੇ ਉਹਨਾਂ ਦੇ ਨਾਲ ਸਲਾਹ ਕਰਕੇ, ਉਹਨਾਂ ਦੇ ਨਾਲ ਕੰਸਲਟੇਸ਼ਨ ਕਰਕੇ ਅਸੀਂ ਜਿਹੜਾ ਰੈਫਰਲ ਅੱਗੇ ਜਿਹੜਾ ਫੋਨ ਦੇ ਥਰੂ ਹੀ ਪੇਪਰ ਵਰਕ ਕਰ ਸਕਦੇ ਹਾਂ। ਔਰ ਸਾਡੇ ਕਾਫੀ ਇਸ ਤਰ੍ਹਾਂ ਜਿਹੜੀਆਂ ਹਰ ਜਗ੍ਹਾ ਦੇ ਉੱਤੇ ਜਨਰਲ ਪ੍ਰੈਕਟਿਸ ਜਿਹੜੀ ਹੈ ਉਹ ਵੀਡੀਓ ਕੰਸਲਟੇਸ਼ਨ, ਟੈਲੀਫੋਨ ਕੰਸਲਟੇਸ਼ਨ ਦੇ ਨਾਲ ਚੇਂਜ ਹੋ ਗਈ ਹੈ। ਔਰ ਅਗਰ ਤੁਸੀਂ ਸਾਨੂੰ ਪਲੀਜ਼ ਸਟਿਲ ਸੰਪਰਕ ਕਰੋ ਔਰ ਅਸੀਂ ਜ਼ਰੂਰ ਇਸ ਦਾ ਜਿਹੜਾ ਜਿੰਨਾ ਵੀ ਹੋ ਸਕਦਾ ਹੈ, ਅਗਰ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਫੋਨ ਦੇ ਉੱਤੇ ਉਸ ਚੀਜ਼ ਨੂੰ ਨਹੀਂ ਹੱਲ ਕਰ ਸਕਦੇ, ਤਾਂ ਅਸੀਂ ਮਰੀਜ਼ ਨੂੰ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਔਰ ਸਹੀ ਇਕੁਇਪਮੈਂਟ ਪਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਦੂਸਰੀ ਇਹ ਗੱਲ ਅਸੀਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਅਬਾਊਟ ਮਾਸਕ,
ਮੈਂ ਸਿੱਖ ਚੈਨਲ ਦਾ ਅਤੀ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ, ਇਸ ਮੁੱਦੇ ਨੂੰ ਉਠਾਇਆ। ਔਰ ਇਸ ਆਪ ਜੀ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗੇ ਕਿ UK ਸਿੱਖ ਡਾਕਟਰਸ ਔਰ ਡੈਂਟਿਸਟ ਐਸੋਸੀਏਸ਼ਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਆਪਣੀ ਕਪੈਸਿਟੀ ਦੇ ਵਿੱਚ ਕੋਸ਼ਿਸ਼ ਕਰੇਗੀ ਕਿ ਜਿੰਨਾ ਵੀ ਹੈਲਥ ਕੇਅਰ ਵਰਕਰਸ, ਡਾਕਟਰਸ, ਡੈਂਟਿਸਟ ਨੂੰ ਸਹੀ ਇਕੁਇਪਮੈਂਟ ਦੀ ਜ਼ਰੂਰਤ ਹੈ, ਅਸੀਂ ਟਰਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕਰ ਸਕੀਏ। ਜਿਹੜੇ ਰਾਈਟ ਇਕੁਇਪਮੈਂਟ ਅਗਰ ਉਹਨਾਂ ਨੂੰ NHS ਨਹੀਂ ਪ੍ਰੋਵਾਈਡ ਕਰ ਰਹੀ ਜਾਂ ਕਿਸੇ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਜਾਂ ਕਿਸੇ ਸਪੋਰਟ ਦੀ ਜ਼ਰੂਰਤ ਹੈ ਤਾਂ ਪਲੀਜ਼ www.sdda.org.uk ਨੂੰ ਸੰਪਰਕ ਕਰੋ। ਔਰ ਦੂਸਰੀ ਗੱਲ ਇਹ ਕਿ ਸਿੱਖ ਡਾਕਟਰ ਐਸੋਸੀਏਸ਼ਨ ਨੂੰ ਵੀ ਆਪ ਜੀ ਦੇ ਸਹਿਯੋਗ ਦੀ ਜ਼ਰੂਰਤ ਹੈ ਔਰ ਪਲੀਜ਼ ਆਪਣਾ ਯੋਗਦਾਨ ਜਿਹੜਾ ਐਸੋਸੀਏਸ਼ਨ ਨੂੰ ਪਾਓ। ਅਗਰ ਤੁਸੀਂ ਆਪਣਾ ਯੋਗਦਾਨ ਵੀ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੈਬਸਾਈਟ ਦੇ ਉੱਤੇ sdda.org.uk ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਸੋ ਸਾਧ ਸੰਗਤ ਜੀ, ਮੇਰੇ ਵੀਰ ਨੇ ਕਾਫੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਅਤੇ ਤੁਹਾਡਾ ਇਹ ਵੀ ਆ ਕਿ ਬਹੁਤ ਸਾਰੇ ਪੁੰਨਦਾਨ ਇਸ ਵੇਲੇ ਕਰ ਰਹੇ ਆ। ਤੁਸੀਂ ਆਪਣੇ ਸਿੱਖ ਡਾਕਟਰ ਦੇ ਭਰਾਵਾਂ ਦਾ ਵੀ ਤੁਸੀਂ ਸਾਥ ਦੇ ਸਕਦੇ ਆ। ਜਿਸ ਤਰ੍ਹਾਂ ਮੇਰੇ ਵੀਰ ਨੇ ਦੱਸਿਆ ਆ ਕਿ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਆ ਅਤੇ ਹੋਰ ਇਹਨਾਂ ਦਾ ਵੀ ਜੇ ਤੁਸੀਂ ਕੋਈ ਮਦਦ ਕਰਨੀ ਚਾਹੁੰਦਾ ਆ ਤਾਂ ਇਹਨਾਂ ਦੀ ਕਰ ਸਕਦਾ ਹੈ। ਡਾਕਟਰ ਦਿਲਜੀਤ ਸ਼ੇਰ ਸਿੰਘ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਟਾਈਮ ਬਹੁਤ ਥੋੜਾ ਆ ਤੇ ਸੰਖੇਪ ਦੇ ਵਿੱਚ, ਕਿਉਂਕਿ ਦੂਸਰੇ ਆਪਣੇ ਵੀਰਾਂ ਦੇ ਕੋਲ ਵੀ ਜਾਣਾ ਆ, ਕਿ ਇਸ ਵੇਲੇ ਮਾਰਚ ਦੇ ਮਹੀਨੇ ਜਦੋਂ ਕਿ ਲੋਕਡਾਊਨ ਹੋਇਆ ਸੀਗਾ ਤੇ ਜਿਹੜੇ ਫਿਗਰਸ ਆਏ ਆ ਕਿ ਇਹਨਾਂ ਨੇ ਇਹ ਦੱਸਿਆ ਹੈ ਕਿ ਸਰਕਾਰ ਨੇ ਕਿ ਜਿਹੜੇ ਰੀਟੇਲ ਫਿਗਰਸ ਜਿਹੜੇ ਆਪਣੇ ਦੁਕਾਨਦਾਰਾਂ ਦਾ ਹੁੰਦੇ ਆ, ਉਹਨਾਂ ਨੇ ਇਹ ਵੀ ਦੱਸਿਆ ਕਿ ਮਾਰਚ ਦੇ ਵਿੱਚ 30% ਸ਼ਰਾਬ, ਅਲਕੋਹਲ ਜ਼ਿਆਦਾ ਵਿਕੀ ਆ। ਤੇ ਤੁਸੀਂ ਕੱਲ ਐਂਗਜ਼ਾਇਟੀ ਦੀ ਕੀਤੀ ਆ, ਫਿਕਰ ਦੀ, ਪਰੇਸ਼ਾਨੀ ਦੀ ਗੱਲ ਕੀਤੀ ਆ ਤੇ ਸਿੱਖ ਚੈਨਲ ਨੇ ਕਾਫੀ ਅਲਕੋਹਲ ਸੰਬੰਧ ਵਿੱਚ ਆਪਣੇ ਚੈਨਲ ਰਾਹੀਂ ਸੰਗਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਬਣ ਗਿਆ ਆ ਕਿ ਜਦੋਂ ਦਾ ਲੋਕਡਾਊਨ ਹੋ ਗਿਆ ਕਿ ਜਿਹੜਾ ਨਸ਼ੇ ਆ, ਸ਼ਰਾਬ ਆ, ਖਾਸ ਕਰਕੇ ਇਹ ਵੱਧ ਗਏ। ਲੋਕਾਂ ਦੀ ਵਧੀ ਆ। ਹਾਂਜੀ, ਇਹਦੇ ਬਾਰੇ ਮਹਾਰਾਜ ਜੀ ਤੁਸੀਂ ਜਾਣਕਾਰੀ ਦੱਸੋ। ਨਹੀਂ, ਇਹ ਬਿਲਕੁਲ ਸਹੀ ਹੈ ਜੀ, ਤੁਹਾਡੇ ਅੰਕੜੇ ਬਿਲਕੁਲ ਸਹੀ ਨੇ। ਇਹ ਵੈਸੇ ਬੜੀ ਚਿੰਤਾਜਨਕ ਗੱਲ ਹੈ ਜੀ। ਲੋਕਡਾਊਨ ਦੇ ਨਾਲ ਜੀ ਕੋਈ ਚੀਜ਼ਾਂ ਦਾ ਫਾਇਦਾ ਹੋਇਆ, ਜਿੱਦਾਂ ਜੀ ਆਪਣਾ ਕਰੋਨਾ ਵਾਇਰਸ ਦੀ ਬਿਮਾਰੀ ਘਟੀ ਹੈ, ਪਰ ਕਈ ਚੀਜ਼ਾਂ 'ਚ ਨੁਕਸਾਨ ਵੀ ਬੜਾ ਹੋਇਆ ਜੀ। ਜਿੱਦਾਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਕਿ ਲੋਕਾਂ ਦੀ ਇੱਕ ਤਾਂ ਵੈਸੇ ਵੀ ਐਕਸਰਸਾਈਜ਼ ਵਗੈਰਾ ਘਟੀ ਸੀ, ਜਿੱਦਾਂ ਜਸਵਿੰਦਰ ਭਾਈ ਸਾਹਿਬ ਨੇ ਕਿਹਾ, ਉਹਦੇ ਕਾਰਨ ਵੀ ਆਪਣਾ ਮੋਟਾਪਾ ਵੀ ਵੱਧ ਰਿਹਾ। ਦੂਸਰਾ ਗੱਲ ਹੈ ਜੀ, ਜਿਹੜਾ ਹੁਣ ਆਪਾਂ ਘਰ ਰਹਿ ਕੇ ਜੇ ਆਪਾਂ ਹੁਣ ਸ਼ਰਾਬ ਤੇ ਇਦਾਂ ਦੀ ਹੋਰ ਸਿਗਰਟਾਂ ਵੀ ਕਈ ਲੋਕ ਕਹਿੰਦੇ ਉਹਦੇ ਵੀ ਬਹੁਤ ਸਾਰੀਆਂ ਫਿਗਰਸ ਵਧੀਆਂ ਸੀ, ਕਿਉਂਕਿ ਕਈਆਂ ਨੂੰ ਹੁਣ ਕੀ ਚੱਕਰ ਹੈ ਜੀ, ਐਂਗਜ਼ਾਇਟੀ ਜੇ ਹੋ ਰਹੀ ਹੈ, ਜੇ ਆਪਾਂ ਨੂੰ ਚਿੰਤਾ ਹੋ ਰਹੀ ਹੈ ਉਹ ਤੇ ਆਪਾਂ ਵਿਹਲੇ ਬੈਠੇ ਹਾਂ ਤੇ ਦੋ ਹੀ ਚੀਜ਼ਾਂ ਕਰ ਸਕਦੇ ਨੇ ਜੀ। ਜਦੋਂ ਵਿਹਲੇ ਬੈਠਣ ਦੇ ਕਈ ਐਸੇ ਹੈਗੇ ਨੇ ਜੀ ਜਿਹੜੇ ਉਹ ਹੋ ਜਾਂਦਾ ਜੀ, ਉਹਨਾਂ ਨੂੰ ਆਪਾਂ ਕੀ ਕਹਿੰਦੇ ਐਂਗਜ਼ਾਇਟੀ ਦੇ ਕਾਰਨ ਉਹਨਾਂ ਨੂੰ ਇੱਕ ਆਪਾਂ ਕਹਿ ਲਈਏ ਕਰੈਕਟਰਿਸਟਿਕਸ ਹੁੰਦੇ ਹੈ, ਉਹਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਜੀ। ਕੁਝ ਲੋਕ ਨਸ਼ੇ ਕਰਦੇ, ਹੁਣ ਉਹ ਨਸ਼ੇ ਕਰਨ ਦਾ ਨੁਕਸਾਨ ਇਹ ਹੋ ਰਿਹਾ ਜੀ ਕਿ ਉਹਦੇ ਨਾਲ ਇੱਕ ਤਾਂ ਨਸ਼ਾ ਵੱਧ ਰਿਹਾ, ਦੂਸਰਾ ਜੀ ਆਪਣਾ ਤੁਹਾਡਾ ਮੋਟਾਪਾ ਵੱਧ ਰਿਹਾ, ਤੁਹਾਡਾ ਕੀ ਕਹਿੰਦੇ ਜਿਹੜਾ ਮੋਟਾਪੇ ਦੇ ਨਾਲ ਨਾਲ ਓਬੇਸਿਟੀ, ਜਿਹਨੂੰ ਆਪਾਂ ਓਬੇਸਿਟੀ ਕਹਿ ਰਹੇ, ਨਾਲ ਡਾਇਬਟੀਜ਼ ਤੇ ਹੋਰ ਬਿਮਾਰੀਆਂ ਵੀ ਨਾਲ ਲੱਗ ਰਹੀਆਂ। ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਵੀ ਹੈ ਜੀ ਕਿ ਜਦੋਂ ਆਪਾਂ ਨਸ਼ਾ ਕਰ ਰਹੇ ਹਾਂ, ਜੇ ਆਪਾਂ ਸੋਚ ਰਹੇ ਹਾਂ ਕਿ ਨਸ਼ਾ ਕਰਕੇ ਸਾਡੀ ਐਂਗਜ਼ਾਇਟੀ ਘਟ ਜਾਏਗੀ, ਇਹ ਇੱਕ ਗਲਤ ਫਹਿਮੀ ਹੈ। ਜੇ ਆਪਾਂ ਨਸ਼ਾ ਕਰਦੇ ਹਾਂ, ਨਸ਼ਾ ਜਦੋਂ ਉਤਰਦਾ ਐਂਗਜ਼ਾਇਟੀ ਹੋਰ ਵੱਧ ਜਾਂਦੀ ਹੈ। ਸੋ ਐਕਚੁਅਲੀ ਇਟ ਇਜ਼ ਇੱਕ ਤਰ੍ਹਾਂ ਦਾ ਡਾਊਨਵਰਡ ਸਪਾਇਰਲ ਹੋ ਗਿਆ ਨਾ ਜੀ, ਬਿਲਕੁਲ ਜਿੱਦਾਂ ਥੱਲੇ ਬੰਦਾ ਜਦੋਂ ਨਸ਼ਾ ਕਰਦਾ ਹੈ ਉਸ ਤੋਂ ਬਾਅਦ ਉਹ ਹੋਰ ਥੱਲੇ ਜਾਂਦਾ ਹੈ, ਫਿਰ ਹੋਰ ਥੱਲੇ। ਐਕਚੁਅਲੀ ਨੁਕਸਾਨ ਹੀ ਕਰ ਰਹੇ ਹਾਂ ਜੀ ਅਸੀਂ ਆਪਣਾ ਇਹ ਕਰਕੇ। ਇਸ ਲਈ ਬੇਨਤੀ ਹੈ ਜੀ ਕਿ ਆਪਾਂ ਪਲੀਜ਼ ਸ਼ਰਾਬਾਂ ਵਗੈਰਾ ਜਾਂ ਆਪਣੇ ਨਸ਼ੇ ਨਾ ਕਰੀਏ ਤੇ ਆਪਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸੰਜਮ 'ਚ ਰੱਖੀਏ। ਦੂਸਰੀ ਗੱਲ, ਇੱਕ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕ ਹੋਰ ਵੀ ਬੇਨਤੀ ਕਰਨਾ ਚਾਹਾਂਗਾ ਜੀ। ਜੋ ਅਸੀਂ ਜਨਰਲ ਪ੍ਰੈਕਟਿਸ 'ਚ ਦੇਖ ਰਹੇ ਹਾਂ ਕਿ ਲੋਕਡਾਊਨ ਦੇ ਕਾਰਨ ਕਈ ਆਪਣੇ ਘਰਾਂ ਦੇ ਅੰਦਰ ਜੀ, ਜਿਹਨੂੰ ਆਪਾਂ ਡੋਮੈਸਟਿਕ ਵਾਇਲੈਂਸ ਕਹਿੰਦੇ ਹਾਂ, ਉਹ ਵੀ ਕਾਫੀ ਵੱਧ ਗਈ ਹੈ। ਹਾਂਜੀ, ਕਈ ਆਪਣੀਆਂ ਭੈਣਾਂ ਨੂੰ ਖਤਰਾ ਹੋਇਆ ਪਿਆ ਜੀ ਆਪਣੇ ਘਰਾਂ ਦੇ ਅੰਦਰ ਰਹਿਣਾ, ਕਿਉਂਕਿ ਆਪਸ 'ਚ ਲੜਾਈ ਵਗੈਰਾ ਕਈ ਵਾਰੀ ਹੋ ਵੀ ਜਾਂਦੀ ਹੈ ਤੇ ਉਹਦੇ ਕਾਰਨ ਕਈਆਂ ਨੂੰ ਡੋਮੈਸਟਿਕ ਵਾਇਲੈਂਸ ਦੇ ਕੇਸ ਵੀ ਬਹੁਤ ਵੱਧ ਗਏ ਜੀ।
ਇਸ ਲਈ ਗਵਰਨਮੈਂਟ ਨੇ ਹੁਣ ਹੈਲਪਲਾਈਨ ਚਲਾਈ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਜੇ ਤੁਹਾਨੂੰ ਮਦਦ ਦੀ ਲੋੜ ਹੈ ਤੇ ਆਪਣੀਆਂ ਭੈਣਾਂ ਉਹ ਹੈਲਪਲਾਈਨ ਨੂੰ ਕੰਟੈਕਟ ਸੰਪਰਕ ਕਰਨ ਤੇ ਮਦਦ ਵੀ ਲੈਣ, ਕਿਉਂਕਿ ਜ਼ਰੂਰੀ ਹੈ ਜੀ ਜਿੱਥੇ ਸਾਨੂੰ ਲੋੜ ਹੈ ਆਪਾਂ ਜ਼ਰੂਰ ਮਦਦ ਲੈਣੀ ਹੈ। ਠੀਕ ਹੈ ਜੀ, ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇਹ ਮੈਸੇਜ ਵੀ ਆਪਣੀ ਸੰਗਤਾਂ ਨੂੰ ਜ਼ਰੂਰ ਦੇਈਏ। ਡਾਕਟਰ ਸੁਖਪਾਲ ਸਿੰਘ ਜੀ, ਸਮਾਂ ਬਹੁਤ ਸੀਮਿਤ ਰਹਿ ਗਿਆ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਅਖੀਰ ਦੇ ਵਿੱਚ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਸਿੱਖ ਚੈਨਲ ਦੇ ਦਰਸ਼ਕਾਂ ਨੂੰ? ਜੀ ਸਾਡਾ ਨਿੱਜੀ ਧੰਨਵਾਦ ਹੈ ਜੀ ਚੈਨਲ ਨੂੰ ਕਿ ਤੁਸੀਂ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਮੇਰਾ ਮੇਨ ਮਕਸਦ ਜੋ ਇੱਥੇ ਆਉਣ ਦਾ ਇਹ ਹੀ ਸੀਗਾ ਕਿ ਜੋ ਕਿ ਹੁਣ ਸਾਡੀ ਕੌਮ ਨੂੰ ਇਹ ਸੰਕਟ ਆ ਰਹੀ ਹੈ ਤੇ ਹੈਲਥ ਪ੍ਰੋਫੈਸ਼ਨਲਸ ਨੂੰ ਵੀ ਇਹ ਸੰਕਟ ਆ ਰਹੀ ਹੈ ਕਿ ਇਹ ਜੋ ਕਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਅਸੀਂ ਐਜ਼ ਅ ਕੌਮ ਅਸੀਂ ਬਹੁਤ ਰੈਜ਼ੀਲੀਐਂਟ ਹਾਂ, ਅਸੀਂ ਬਹੁਤ ਤਗੜੀ ਕੌਮ ਆ। ਅਸੀਂ ਆਪਣਾ ਖਿਆਲ ਰੱਖ ਸਕਦੇ ਹਾਂ ਇਸ ਚੀਜ਼ ਦੇ ਵਿੱਚ। ਔਰ ਜਿਸ ਤਰ੍ਹਾਂ ਕਿ ਅੱਜ ਗੱਲਬਾਤ ਹੋਈ ਹੈ ਕਿ ਅਸੀਂ ਪੂਰੀ ਤਰ੍ਹਾਂ ਆਪਣੀ ਪੇਸ਼ੈਂਸ ਰੱਖਣੀ ਹੈ। ਲੋਕਡਾਊਨ ਹੋ ਸਕਦਾ ਹੈ ਕਿ ਰਿਸਟ੍ਰਿਕਸ਼ਨਸ ਕੁਛ ਈਜ਼ ਕਰ ਦਿੱਤੀਆਂ ਹੋਣ, ਬਟ ਇਹਦੇ ਵਿੱਚ ਇਹ ਨਾ ਅਸੀਂ ਸਮਝੀਏ ਕਿ ਲੋਕਡਾਊਨ ਇਸ ਕਰਕੇ ਹੋ ਰਿਹਾ ਕਿ ਅਸੀਂ ਬਿਮਾਰੀ 'ਤੇ ਕਾਬੂ ਪਾ ਰਹੇ ਹਾਂ। ਸਗੋਂ ਕਿ ਇਹ ਹੈ ਕਿ ਹੌਸਪੀਟਲਸ ਦੇ ਵਿੱਚ ਹੁਣ ਜਗ੍ਹਾ ਹੈਗੀ ਹੈ ਔਰ ਉਹ ਜਗ੍ਹਾ ਹੁਣ ਜਿਹੜੀ ਹੈ ਉਹ ਯੂਜ਼ ਹੋ ਸਕਦੀ ਹੈ। ਸੋ ਅਸੀਂ ਆਪਣਾ ਧਿਆਨ ਰੱਖੀਏ, ਆਪਣੇ ਘਰ ਵਾਲਿਆਂ ਦਾ ਧਿਆਨ ਰੱਖੀਏ, ਅਜੇ ਵੀ ਪੂਰੇ ਚੌਕੰਨੇ ਰਹੀਏ। ਔਰ ਦੂਸਰੀ ਸਾਈਡ 'ਤੇ ਕੋਈ ਵੀ ਮੇਰੇ ਸਿੱਖ ਵੀਰ ਭੈਣ ਭਰਾ ਜਿਨ੍ਹਾਂ ਨੂੰ ਆਪਣੇ ਧਰਮ ਜਿਹੜੀ ਹੈ ਉਹ ਰੱਖਣ ਦੇ ਵਿੱਚ ਕੋਈ ਪ੍ਰੈਸ਼ਰ ਆ ਰਿਹਾ ਹੈ, ਕੋਈ ਵੀ ਤੰਗੀ ਆ ਰਹੀ ਹੈ, ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ। ਉਹ ਇਕੱਲੇ ਨਹੀਂ ਹਨ, ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ। ਧੰਨਵਾਦ ਜੀ। ਡਾਕਟਰ ਜਸਤਿੰਦਰ ਜੀ, ਤੁਸੀਂ ਪਲੀਜ਼ ਅਖੀਰ ਦੇ ਵਿੱਚ ਆਪਣੇ ਥੋੜੇ ਸਮਾਂ ਰਹਿੰਦਾ ਹੈ, ਬਿਲਕੁਲ। ਨਹੀਂ, ਅਗੇਨ ਮੈਂ ਸਿੱਖ ਚੈਨਲ ਦਾ ਬਹੁਤ ਅਤੀ ਧੰਨਵਾਦੀ ਹਾਂ ਕਿ ਹਮੇਸ਼ਾ ਸਿੱਖ ਚੈਨਲ ਜਿਹੜੀ ਵੀ ਸਾਡੇ ਸਮਾਜ ਨੂੰ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ, ਉਹ ਚੁਣੌਤੀਆਂ ਨੂੰ ਤੁਸੀਂ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹੋ ਔਰ ਇਸ ਮੁੱਦੇ ਦੇ ਉੱਤੇ ਜਿਹੜੇ ਗੰਭੀਰ ਮੁੱਦੇ ਨੇ ਇਹਨਾਂ ਦੇ ਉੱਤੇ ਵਿਸ਼ਿਆਂ ਦੇ ਉੱਤੇ ਡਿਸਕਸ ਕਰਦੇ ਹੋ, ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗੇਨ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਅਗਰ ਕਿਸੇ ਵੀਰ ਨੂੰ ਨਾਟ ਓਨਲੀ ਐਕਚੁਅਲੀ ਸਿੱਖ ਸਮਾਜ ਵਾਸਤੇ, ਅਗਰ ਕਿਸੇ ਹੋਰ ਭਰਾ ਭਾਵੇਂ ਉਹ ਸਾਡੇ ਮੁਸਲਿਮ ਵੀਰ ਨੇ ਜਾਂ ਜਿਊਜ਼ ਵੀਰ ਨੇ, ਕੋਈ ਵੀ ਨੇ, ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆ ਰਹੀ ਹੈ ਆਪਣੇ ਧਰਮ ਨੂੰ ਲੈ ਕੇ, ਪ੍ਰੈਸ਼ਰ ਫੀਲ ਕਰ ਰਹੇ ਹਨ ਅਤੇ ਉਹਨਾਂ ਨੂੰ ਕਿਸੇ ਮਦਦ ਦੀ ਜ਼ਰੂਰਤ ਹੈ, ਮਾਸਕ ਦੀ ਜ਼ਰੂਰਤ ਹੈ, ਤਾਂ ਉਹ sdda.org.uk ਨੂੰ ਸੰਪਰਕ ਕਰਨ। ਔਰ ਅਸੀਂ ਵੀ ਸਾਨੂੰ ਵੀ ਜਿਹੜੀ ਆਰਗੇਨਾਈਜੇਸ਼ਨ ਨੂੰ ਅੱਗੇ ਸਾਰਿਆਂ ਵਾਸਤੇ ਮਦਦ ਕਰਨ ਵਾਸਤੇ ਜ਼ਰੂਰਤ ਹੈ। ਔਰ ਪਲੀਜ਼ ਤੁਸੀਂ ਹੈਲਪ ਕਰੋ ਔਰ ਅਸੀਂ ਸਾਰੇ ਇਸ ਵਿੱਚ ਇਕੱਠੇ ਹਾਂ। ਵੀ ਆਰ ਆਲ ਟੁਗੈਦਰ ਇਨ ਦਿਸ। ਔਰ ਜ਼ਰੂਰ ਮਹਾਰਾਜ ਕਿਰਪਾ ਕਰਨਗੇ ਕਿ ਔਰ ਇੱਥੋਂ ਅਸੀਂ ਇਸ ਕਰੋਪੀ ਦੇ ਵਿੱਚੋਂ ਨਿਕਲਾਂਗੇ ਔਰ ਚੜ੍ਹਦੀ ਕਲਾ ਵਿੱਚ ਨਿਕਲਾਂਗੇ। ਔਰ ਸਿੱਖ ਹਮੇਸ਼ਾ ਜਿਹੜੇ ਨੇ ਉਹ ਵੱਡੀਆਂ ਵੱਡੀਆਂ ਜੰਗਾਂ ਯੁੱਧਾਂ ਵਿੱਚੋਂ ਨਿਕਲਦੇ ਆਏ ਹਨ, ਇਸ 'ਚੋਂ ਵੀ ਜਿਹੜਾ ਸਮਾਜ ਹੈ ਪੂਰੀ ਚੜ੍ਹਦੀ ਕਲਾ ਨਾਲ ਨਿਕਲੇਗਾ। ਅਤੇ ਇਹ ਹੈ ਕਿ ਪੂਰਾ ਇਹਤਿਆਤ ਵਰਤਣ ਦੀ ਜ਼ਰੂਰਤ ਹੈ ਔਰ ਪੂਰੇ ਚੁਕੰਨੇ ਹੋ ਕੇ ਅਲਰਟ ਹੋ ਕੇ ਰਹੀਏ ਔਰ ਪੂਰੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦਾ ਫੋਲੋ ਕਰੀਏ ਉਹਨਾਂ ਨੂੰ। ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀਰ ਜੀ। ਮੈਂ ਡਾਕਟਰ ਸੁਖਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਡਾਕਟਰ ਦਿਲਸ਼ੇਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਡੇ ਨਾਲ ਅੱਜ ਸੰਗਤਾਂ ਨੂੰ ਕਾਫੀ ਜਾਣਕਾਰੀ ਦਿੱਤੀ ਹੈ। ਅਤੇ ਮੈਂ ਉਮੀਦ ਰੱਖਦਾ ਕਿ ਸੰਗਤਾਂ ਨੇ ਵੀ ਜੋ ਇਹਨਾਂ ਨੇ ਜਾਣਕਾਰੀ ਦਿੱਤੀ ਆ, ਗਾਈਡੈਂਸ ਦਿੱਤੀ, ਐਡਵਾਈਸ ਦਿੱਤੀ ਆ, ਉਹਨੂੰ ਅਪਰੀਸ਼ੀਏਟ ਕਰਦੇ ਹੋਏ ਉਹਨੂੰ ਸਮਝਣਗੇ ਅਤੇ ਗਾਹਾਂ ਵਧਣਗੇ ਵੀ। ਅਤੇ ਜਿਸ ਤਰ੍ਹਾਂ ਮੇਰੇ ਵੀਰ ਨੇ ਦੱਸਿਆ ਹੈ ਕਿ ਅਸੀਂ ਇਸ ਗਰੁੱਪੀ ਦੇ ਵਿੱਚੋਂ ਜ਼ਰੂਰ ਨਿਕਲਾਂਗੇ ਮਹਾਰਾਜ ਦੇ ਕਿਰਪਾ ਦੇ ਨਾਲ, ਅਤੇ ਇੱਕ ਦੂਜੇ ਲਈ ਇੱਕ ਸਹਾਰਾ ਅਸੀਂ ਬਣ ਸਕਾਂਗੇ। ਸੋ ਸਾਧ ਸਿੰਘ ਜੀ, ਮੈਂ ਫਿਰ ਸਿੱਖ ਚੈਨਲ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਰਾਹੀਂ ਤੁਹਾਨੂੰ ਇਹ ਜਾਣਕਾਰੀ ਦੇਣ ਦਾ ਮੌਕਾ ਦਿੱਤਾ, ਅਤੇ ਉਮੀਦ ਰੱਖਦਾ ਕਿ ਮੇਰੇ ਵੀਰ ਇਸੇ ਤਰ੍ਹਾਂ ਅੱਗੇ ਤੋਂ ਵੀ ਸਾਨੂੰ ਸਾਥ ਦੇਣਗੇ। ਅਖੀਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਪਿਆਰ ਦੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।